बरकत है। आमीन। धन्यवाद। आमीन। बहुत बढ़िया बोले गए। आमीन। बरकत है। हालेलुया। हालेलुया। स्तुति के वास्ते प्रभु का धन्यवाद नहीं करना। आमीन। हालेलुया। हालेलुया। क्योंकि मैं समझता हाँ कि जो चीज़ अंदरों बाहर आ रही है सच है। वो बढ़िया है। आमीन। हालेलुया। आमीन। असली आमीन। हालेलुया। हालेलुया। एक आप सिੱਖਿਆ है जहाँ पर कोशिश की है या कुछ किया है पर एक चीज़ है कि ऑलरेडी अंदरों आ रही है। आमीन। प्रभु इस बच्चे को बरकत दे तो मैं विश्वास करता हूँ कि खुदा इस बच्चे को इस्तेमाल करेगा। हालेलुया। मैं जरूर किसी छोटे बच्चे को गीत गाने सुनता हाँ जे कोई सचमुच ही गीत गा रहा है बढ़िया लग रहा है तो मैं जरूर ही सराहना करता हूँ तो बरकत इस बच्चे को ਤੁਸੀਂ ਇਹਨਾਂ ਤੋਂ आमीन। ਤੁਸੀਂ ਸਾਰੇ ਨੇ ਵਧੀਆ ਬੋਲਿਆ धन्यवाद। खुदा आशीष दे आओ ਅਸੀਂ ਜਦੋਂ ਵਚਨ ਤੇ ਵਾਸਤੇ ਖੜੇ ਹਾਂ ਆਪਣੀ ਬਾਈਬਲਾਂ ਨੂੰ ਲੈ ਲਾਂਗੇ ਤੇ ਪੜਾਂਗੇ ਕੁਲਸੀਆਂ ਦੀ ਕਿਤਾਬ ਹੈ ਕੁਲਸੀਆਂ ਚੌਥਾ ਹੈ ਉਹਦੇ ਅਸੀਂ ਪੜ੍ਹਨ ਲੱਗੇ ਹਾਂ 2 ਤੋਂ ਲੈ ਕੇ 4 ਤੱਕ पढ़ लिया है तुलसियां की किताब है चौथा अध्याय है ਅਸੀਂ 2 ਤੋਂ ਲੈ ਕੇ 4 तक पढ़ लगे हैं ध्यान ਨਾਲ सुनियो लगातार प्रार्थना करते रहो ਅਤੇ ਧੰਨਵਾਦ ਕਰਦਿਆਂ ਹੋਇਆਂ ਉਸ ਵਿੱਚ ਸੁਚੇਤ ਰਹੋ ਨਾਲੇ ਸਾਡੇ ਲਈ ਵੀ ਪ੍ਰਾਰਥਨਾ ਕਰੋ ਵੀ ਪਰਮੇਸ਼ਵਰ ਸਾਡੇ ਲਈ ਬਾਣੀ ਲਈ ਬੂਹਾ ਖੋਲੇ ਤਾਂ ਕਿ ਅਸੀਂ ਮਸੀਹ ਦੇ ਭੇਤ ਦਾ ਵਰਣਨ ਕਰੀਏ आमीन। ਜਿਹਦੇ ਕਾਰਨ ਮੈਂ ਚੱਕੜਿਆ ਵੀ ਗਿਆ आमीन। ਵੇ ਜਿਵੇਂ ਮੈਨੂੰ ਵਰਣਨ ਕਰਨਾ ਯੋਗ ਹੈ ਤੀਹਾ ਹੀ ਉਸ ਨੂੰ ਪ੍ਰਗਟ ਕਰ आमीन। ਆਉਗਾ ਸਭ ਅਖੰਡ ਬੰਦ ਕਰਨਾ ਹੈ ਪ੍ਰਾਰਥਨਾ ਦੀ ਬਾਤ ਹੋ ਜਾਣਗੇ ਸਭ ਦੁਆ ਕਰਾਂਗੇ ਮੇਰੇ ਪਾਸ ਸੱਚੇ ਦੇ ਖੁਦਾ ਦੇ ਪਿਆਰ ਕਰਨਾ ਖੁਦਾ तेरा धन्यवाद करता हाँ तेरा शुक्र करता हूँ जी महाप्रभु आदि सभा के वास्ते धन्यवाद की हाँ प्रभु तो अपने श्रोतिया को लैके आया है कि तेरे लोग हैं प्रभु जिन्होंने तू अपने सोचा के नाल इस जगह ते इकट्ठा किया है प्रभु ये किसी के जोर के नाल नहीं है किसी की ताकत के नाल नहीं है बल्कि तेरा आत्मा है जो कलीसिया को अभिषेक च लैंदा है पिता मैं प्रार्थना करता प्रभु हर एक को अपने आशीष भरे हाथ च लै पिता तो आज तू अपने बच्चों ने कलाकार जिस चीज़ की सानू जरूरत है उसको दे क्योंकि तू इन्होंने दिनों के अंदर अपने बच्चों को मुहैया कर रहा है तो महाप्रभु तू यह नहीं चाहता कि असं किसी गल तो भी घट रहीए बल्कि तू चाहता है कि असी पूरे होइए जिवें तेरा वचन कहता उस तरह असी कर सकिए तो महाप्रभु क्योंकि तू कमजोर दुल्हन नहीं लैन आ रहा है बल्कि तू सिर्फ दुल्हन लैन आ रहा है जिहड़ी तैयार होगी ਜਿਹੜੀ ਪੂਰੇ ਵਚਨ ਦੇ ਮੁਤਾਬਕ ਤਿਆਰ ਹੋਵੇਗੀ तो उस दुल्हन ਨੂੰ ਲੈਣ ਦੇ ਲਈ ਆ ਰਿਹਾ ਤਾਂ ਤੂੰ ਬਰਕਤ ਦੇ ਹਰ ਇੱਕ ਦੇ ਹਿਰਦੇ ਨਾਲ ਉਹ ਪ੍ਰਭੂ ਤੂੰ ਗੱਲਾਂ ਕਰਨਾ ਪ੍ਰਭੂ ਉਹਨਾਂ ਨੂੰ ਬਲ ਦੇਣਾ ਸਮਰੱਥਾ ਦੇਣਾ ਤਾਂ ਕਿ ਆਉਣ ਵਾਲੇ ਦਿਨਾਂ 'ਚ ਉਹ ਤਗੜੇ ਹੋਣ ਹੋਰ ਜ਼ਿਆਦਾ ਤੈਨੂੰ ਪੁਕਾਰਨ ਹੋਰ ਤੁਹਾਡੇ ਤੇਰੇ ਅੱਗੇ ਦੁਹਾਈ ਦੇ ਸਕਣ ਕਿਰਪਾ ਕਰ ਜਦ ਇਸ ਜਗ੍ਹਾ ਤੇ ਕੋਈ ਦੁਖੀ ਹੈ ਬਿਮਾਰ ਹੈ ਪਰੇਸ਼ਾਨ ਹੈ ਜਾਂ ਜ਼ਰੂਰਤਮੰਦ ਹੈ तो हर एक ਨੂੰ ਆਪਣੇ ਆਸ਼ੀਸ਼ ਭਲੇ ਹੱਥ ਚ ਲੈ पिता तू साढ़े सारे दिन आए कृपा छोट प्रार्थना सब कबूल कर तू आज इस मसीह के नाम च मांग आमीन। आमीन कई बड़ी आदत नहीं कर सकते पिता बहुत से कर करते हालेलुया हालेलुया पिता बहुत सारी बरकत दे बहुत सारी आशीष दे हालेलुया बहुत बढ़िया लग रहा है हालेलुया सारे ਤੁਹਾਡੇ ਚਿਹਰਿਆਂ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਹਾਲੇਲੂਇਆ ਤਾਂ ਬਹੁਤ ਸਾਰੀ ਬਰਕਤ ਹੈ ਬਹੁਤ ਸਾਰੀ ਆਸ਼ੀਸ਼ ਹੈ ਕਿਉਂਕਿ ਅਸੀਂ ਜਾਣਦੇ ਹਾਂ ਦਿਨੋਂ ਦਿਨ ਅਸੀਂ ਆਮਦ ਦੇ ਨੇੜੇ ਆ ਰਹੇ ਹਾਂ ਹਾਲੇਲੂਇਆ ਕੌਣ ਵਿਸ਼ਵਾਸ ਕਰਦਾ ਹੈ ਕਿ ਆਮਦ ਦਾ ਸਮਾਂ ਥੋੜਾ ਰਹਿ ਗਿਆ ਹੈ ਮਸੀਹ ਦੇ ਆਉਣ ਦਾ ਸਮਾਂ ਹੈ ਹਾਲੇਲੂਇਆ ਅਸੀਂ ਦੇਖਦੇ ਹਾਂ ਕਿ ਜਦੋਂ ਮਸੀਹ ਦੇ ਆਉਣ ਦਾ ਸਮਾਂ ਹੈ ਤਾਂ ਉਹਦੀ ਲਾੜੀ ਜਿਹੜੀ ਹੈ ਉਹ ਵਚਨ ਦੇ ਨਾਲ ਤਿਆਰ ਹੋ ਰਹੀ ਹੈ ਆਮੀਨ हालेलुया तो बहुत सारी बरकत देखते हाँ तो मैं तैयारी के वास्ते कुछ होर लैके आया हाँ ताकि प्रभु तुहाडे नाल गल्लां करे
ਤੁਹਾਨੂੰ ਬਲ ਦੇਵੇ, ਤੁਹਾਨੂੰ ਸਮਰੱਥਾ ਦੇਵੇ। ਹਾਲੇਲੂਇਆ। ਤਾਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਪ੍ਰਭੂ ਤੁਹਾਨੂੰ ਜ਼ਰੂਰ ਹੀ ਬਰਕਤ ਦੇਵੇਗਾ। ਹਾਲੇਲੂਇਆ। ਅਸੀਂ ਦੇਖਦੇ ਹਾਂ ਜਦੋਂ ਅਸੀਂ ਚਰਚ ਵਿੱਚ ਆਉਂਦੇ ਹਾਂ ਅਸੀਂ ਬਹੁਤ ਸਾਰੇ ਗੀਤ ਗਾ ਸਕਦੇ ਹਾਂ। ਹਾਲੇਲੂਇਆ। ਅਸੀਂ ਬਹੁਤ ਸਾਰੇ ਗੀਤ ਗਾ ਸਕਦੇ ਹਾਂ, ਅਸੀਂ ਬਹੁਤ ਸਾਰਾ ਚਿਲਾ ਸਕਦੇ ਹਾਂ ਉਦੋਂ ਤੱਕ ਜਦੋਂ ਤੱਕ ਸਾਡਾ ਗਲਾ ਨਾ ਬੈਠ ਜਾਏ। ਹਾਲੇਲੂਇਆ। ਅਸੀਂ ਗਲਤ ਸਮੇਂ 'ਚ ਵੀ ਗੀਤ ਗਾ ਸਕਦੇ ਹਾਂ। ਹਾਲੇਲੂਇਆ। ਅਸੀਂ ਗਲਤ ਸਮੇਂ 'ਚ ਵੀ ਚਿਲਾ ਸਕਦੇ ਹਾਂ। ਹਾਲੇਲੂਇਆ। ਅਸੀਂ ਜਿੰਨਾ ਮਰਜ਼ੀ ਰਿਆਜ਼ ਕਰ ਸਕਦੇ ਹਾਂ, ਜਿੰਨਾ ਮਰਜ਼ੀ ਜੋਰ ਲਗਾ ਸਕਦੇ ਹਾਂ। ਹਾਲੇਲੂਇਆ। ਪਰ ਜਦੋਂ ਪ੍ਰਾਰਥਨਾ ਦਾ ਸਮਾਂ ਹੁੰਦਾ ਹੈ ਉਦੋਂ ਅਸੀਂ ਕਾਰਡ ਨਹੀਂ ਕੱਢਦੇ। ਹਾਲੇਲੂਇਆ। ਅੱਜ ਦੇ ਸੰਦੇਸ਼ ਦਾ ਨਾਮ ਹੈ ਉਹ ਕਾਫੀ ਪ੍ਰਾਰਥਨਾ ਨਹੀਂ ਕਰਦੇ। ਹਾਲੇਲੂਇਆ। ਜਿਹਨੇ ਕਿ ਜ਼ਰੂਰਤ ਹੈ, ਜਿਹਨੇ ਚਾਹੀਦੀ ਹੈ ਪ੍ਰਾਰਥਨਾ ਕਰਨੀ, ਉਹਦੀ ਪ੍ਰਾਰਥਨਾ ਨਹੀਂ ਕਰਦੇ ਹਨ। ਹਾਲੇਲੂਇਆ। ਗੀਤ ਗਾ ਸਕਦੇ ਨੇ। ਹਾਲੇਲੂਇਆ। ਪ੍ਰਭੂ ਬਹੁਤ ਸਾਰੀ ਬਰਕਤ ਦੇ, ਪਰ ਜਦੋਂ ਪ੍ਰਾਰਥਨਾ ਦਾ ਸਮਾਂ ਹੁੰਦਾ ਹੈ ਉਦੋਂ ਕਾਰਡ ਨਹੀਂ ਕਰਦੇ। ਹਾਲੇਲੂਇਆ। ਤੁਹਾਡਾ ਗਾਣਾ ਵਧੀਆ ਹੈ, ਚਲਾਣਾ ਵਧੀਆ ਲੱਗਦਾ ਹੈ, ਪਰ ਦੁਆ ਦੇ ਸਮੇਂ ਜਦੋਂ ਬਸ ਹੋ ਗਈ। ਹਾਲੇਲੂਇਆ। ਤੇ ਜਦੋਂ ਪ੍ਰਾਰਥਨਾ ਦਾ ਟਾਈਮ ਹੋਇਆ ਤਾਂ ਫਿਰ ਉੱਠਿਆ ਨਹੀਂ ਗਿਆ ਜਾਂ ਨੀਂਦ ਆ ਲੱਗ ਪਈ ਜਾਂ ਕੁਝ ਇਸ ਤਰ੍ਹਾਂ ਹੋਣ ਲੱਗ ਪਿਆ ਜਿਵੇਂ ਕਿ ਤੁਹਾਡੇ ਤੇ ਪ੍ਰੈਸ਼ਰ ਪੈ ਗਿਆ। ਹਾਲੇਲੂਇਆ। ਇਹ ਪਤਾ ਚੱਲਦਾ ਹੈ ਕਿ ਸਰੀਰਕ ਮਨਸਾ ਨਾਲ ਇਹ ਕੰਮ ਕਰੀ ਜਾ ਰਹੇ ਹਨ। ਹਾਲੇਲੂਇਆ। ਆਨੰਦ ਹੋ। ਪਰ ਇੱਕ ਆਤਮਿਕ ਬੰਦਾ, ਹਾਲੇਲੂਇਆ, ਪਰ ਇੱਕ ਆਤਮਿਕ ਬੰਦਾ ਜ਼ਿਆਦਾ ਸਮਾਂ ਪ੍ਰਾਰਥਨਾ 'ਚ ਰਹਿੰਦਾ ਹੈ। ਹਾਲੇਲੂਇਆ। ਪ੍ਰਭੂ ਬਹੁਤ ਸਾਰੀ ਬਰਕਤ ਦੇ, ਉਹ ਸਮਾਂ ਖੁਜਾਂਦਾ ਨਹੀਂ ਹੈ, ਉਹ ਪ੍ਰਾਰਥਨਾ 'ਚ ਲੱਗਿਆ ਰਹਿੰਦਾ ਹੈ, ਉਹ ਆਪਣੇ ਹੱਥਾਂ ਨੂੰ ਖੜੇ ਕਰਦਾ ਹੈ ਤੇ ਉਹ ਆਪਣੇ ਆਪ ਨੂੰ ਸਮਰਪਿਤ ਕਰਦਾ ਹੈ। ਕੌਣ? ਇੱਕ ਆਤਮਿਕ ਬੰਦਾ। ਹਾਲੇਲੂਇਆ। ਕਿ ਜੇ ਤੁਸੀਂ ਆਤਮਿਕ ਬੰਦੇ ਹੋ, ਜੇ ਆਤਮਿਕ ਉਹਦੇ ਧੀਆ ਪੁੱਤਰ ਹੋ, ਤਾਂ ਫਿਰ ਤੁਸੀਂ ਹੋਰ ਕੰਮਾਂ 'ਚ ਘੱਟ, ਪ੍ਰਾਰਥਨਾ 'ਚ ਜ਼ਿਆਦਾ ਰਹਿੰਦੇ ਹੋ। ਹਾਲੇਲੂਇਆ। ਮੈਂ ਵਿਸ਼ਵਾਸ ਕਰਦਾ ਤੁਸੀਂ ਵਚਨ ਦਾ ਰਿਸਪੌਂਸ ਦਿਓਗੇ। ਹਾਲੇਲੂਇਆ। ਵਚਨ ਦਾ ਆਨੰਦ ਉਦੋਂ ਆਉਂਦਾ ਹੈ ਜਦੋਂ ਕਲੀਸਿਆ ਰਿਸਪੌਂਸ ਦਿੰਦੀ ਹੈ। ਹਾਲੇਲੂਇਆ। ਕਿਉਂਕਿ ਪ੍ਰਾਰਥਨਾ ਹਾਲਾਤਾਂ ਨੂੰ ਬਦਲਦੀਆਂ ਹੈ। ਹਾਲੇਲੂਇਆ। ਕਿਉਂਕਿ ਪ੍ਰਾਰਥਨਾ ਮੌਤ ਦਾ ਮੁੱਖ ਬਦਲ ਦਿੰਦੀਆਂ ਹਨ। ਪ੍ਰਾਰਥਨਾ ਪਾਪੀਆਂ ਨੂੰ ਸੰਤ ਬਣਾ ਦਿੰਦੀਆਂ ਹਨ। ਪ੍ਰਾਰਥਨਾ ਬਿਮਾਰੀ ਦੇ ਬਿਸਤਰੇ ਤੋਂ ਖੜਾ ਕਰ ਦਿੰਦੀਆਂ ਹਨ। ਹਾਲੇਲੂਇਆ। ਇਹ ਪ੍ਰਾਰਥਨਾ ਹੈ। ਜਦੋਂ ਤੁਸੀਂ ਪ੍ਰਭੂ ਦੀ ਹਜ਼ੂਰੀ 'ਚ ਜਾਂਦੇ ਹੋ ਤਾਂ ਉਹਦੇ ਨਾਲ ਕੀ ਮਿਲਦੀ ਹੈ? ਸਾਨੂੰ ਤਾਕਤ ਮਿਲਦੀ ਹੈ। ਹਾਲੇਲੂਇਆ। ਤੁਸੀਂ ਬਹੁਤ ਖਾ ਸਕਦੇ ਹੋ, ਤੁਸੀਂ ਬਹੁਤ ਚਲਾ ਸਕਦੇ ਹੋ, ਤੁਸੀਂ ਬਹੁਤ ਗਾ ਸਕਦੇ ਹੋ, ਤੁਸੀਂ ਬਹੁਤ ਖਾ ਸਕਦੇ ਹੋ, ਪਰ ਜ਼ਿਆਦਾ ਦੁਆ ਨਹੀਂ। ਹਾਲੇਲੂਇਆ। ਤੁਸੀਂ ਜ਼ਿਆਦਾ ਦੁਆ ਨਹੀਂ ਕਰਦੇ, ਪਰ ਬਾਈਬਲ ਕਹਿੰਦੀ ਹੈ ਕਿ ਧਰਮੀ ਜਨ ਹੱਥ ਚੁੱਕ ਕੇ ਪ੍ਰਾਰਥਨਾ ਕਰਨ। ਹਾਲੇਲੂਇਆ। ਤਾਂ ਪ੍ਰਭੂ ਦੀ ਹਜ਼ੂਰੀ 'ਚ ਡਿੱਗਣ, ਆਪਣੇ ਆਪ ਨੂੰ ਸਮਰਪਿਤ ਕਰਨ, ਆਪਣੇ ਆਪ ਨੂੰ ਨਮਨ ਕਰਨ। ਕੌਣ? ਧਰਮੀ। ਜੇ ਪ੍ਰਭੂ ਨੇ ਤੁਹਾਨੂੰ ਧਰਮੀ ਬਣਾਇਆ ਹੈ, ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਮਸੀਹ ਦੀ ਦੁਲਹਨ ਹਾਂ, ਜੇ ਤੁਸੀਂ ਕਹਿੰਦੇ ਹੋ ਕਿ ਪ੍ਰਭੂ ਨੇ ਮੈਨੂੰ ਚੁਣੇਦਾ ਹੈ, ਤਾਂ ਲਿਖਿਆ ਧਰਮੀ ਜਨ ਪ੍ਰਾਰਥਨਾ ਦੇ ਵਿੱਚ ਝੁਕਣ। ਹਾਲੇਲੂਇਆ। ਹਾਲੇਲੂਇਆ। ਨਬੀ ਕਹਿੰਦਾ ਹੈ ਮੈਂ ਵਚਨ ਨਾਲ ਪਿਆਰ ਕਰਦਾ ਹਾਂ, ਕਾਸ਼ ਕਿ ਮੈਂ ਇਹ ਗੱਲ ਬਿਆਨ ਕਰ ਸਕਾਂ। ਨਬੀ ਕਹਿੰਦਾ ਤੁਸੀਂ ਜਾਣਦੇ ਹੋ ਕਿ ਮੈਂ ਆਪਣੇ ਸਰਵੋਤਮ ਸੰਦੇਸ਼ ਕਿੱਥੋਂ ਪ੍ਰਾਪਤ ਕਰਦਾ ਹਾਂ। ਹਾਲੇਲੂਇਆ। ਕਹਿੰਦਾ ਮੈਂ ਕਦੇ ਬਿਸਤਰੇ ਤੇ ਹੁੰਦਾ ਹਾਂ, ਕਦੇ ਮੈਂ ਪ੍ਰਾਰਥਨਾ ਵਾਲੇ ਕਮਰੇ 'ਚ ਹੁੰਦਾ ਹਾਂ, ਤੇ ਕਦੇ ਮੈਂ ਕਿਸੇ ਜਗ੍ਹਾ ਉੱਤੇ ਹੁੰਦਾ ਹਾਂ, ਕਿਸੇ ਤਰ੍ਹਾਂ ਨਾਲ ਮੈਂ ਇਕਾਂਤ ਚਾਹੁੰਦਾ ਹਾਂ, ਤੇ ਮੈਂ ਪ੍ਰਾਰਥਨਾ 'ਚ ਹੁੰਦਾ, ਮੈਂ ਪੂਰੇ ਅਭਿਸ਼ੇਕ 'ਚ ਹੁੰਦਾ ਹਾਂ। ਹਾਲੇਲੂਇਆ। ਤਾਂ ਮੈਂ ਹਮੇਸ਼ਾ ਪਰਮੇਸ਼ਰ ਦੇ ਨਾਲ ਗੱਲਾਂ ਕਰਦਾ, ਪਰਮੇਸ਼ਰ ਦੇ ਅੱਗੇ ਝੁਕਦਾ। ਹਾਲੇਲੂਇਆ। ਉਹ ਕੌਣ ਜਾਂਦਾ ਹੈ ਕਿ ਭਾਈ ਬ੍ਰਾਹਨਮ ਸਭ ਤੋਂ ਜ਼ਿਆਦਾ ਦੁਆ ਕਰਨ ਵਾਲਾ ਸੀ। ਹਾਲੇਲੂਇਆ। ਉਹ ਜ਼ਿਆਦਾ ਸਮਾਂ ਇਕੱਲਾ ਰਹਿੰਦਾ ਸੀ, ਉਹ ਜ਼ਿਆਦਾ ਇਕੱਲਾ ਰਹਿ ਕੇ ਪ੍ਰਾਰਥਨਾ ਦੇ ਵਿੱਚ ਜੀਵਨ ਬਿਤਾਉਂਦਾ ਸੀ। ਹਾਲੇਲੂਇਆ। ਹਾਲੇਲੂਇਆ। ਇਹ ਮੁਬਾਰਕ ਗੱਲ ਹੈ ਕਿ ਤੁਸੀਂ ਪ੍ਰਭੂ ਦੇ ਨਾਲ ਇਕੱਲੇ ਰਹਿਣਾ ਪਸੰਦ ਕਰਦੇ ਹੋ। ਆ ਤੁਹਾਡੇ ਅੱਗੇ ਉਸਨੇ ਆਪਣਾ ਸਮਾਂ ਬਿਤਾ ਲਿਆ, ਉਸਨੇ ਆਪਣਾ ਪ੍ਰਚਾਰ ਕਰ ਦਿੱਤਾ ਹੈ। ਅੱਜ ਪ੍ਰਚਾਰ ਤੁਹਾਡਾ ਹੈ, ਅੱਜ ਸਮਾਂ ਤੁਹਾਡਾ ਹੈ। ਉਸਨੇ ਆਪਣੀ ਜ਼ਿੰਦਗੀ ਨੂੰ ਜੀ ਕੇ ਦੱਸਿਆ ਹੈ। ਅੱਜ ਜ਼ਿੰਦਗੀ ਤੁਹਾਡੇ ਹੱਥਾਂ 'ਚ ਹੈ। ਹਾਲੇਲੂਇਆ। ਅੱਜ ਜ਼ਿੰਦਗੀ ਤੁਹਾਡੀ ਹੈ ਕਿ ਤੁਸੀਂ ਕਿਵੇਂ ਇਸ ਨੂੰ ਬਿਤਾ ਰਹੇ ਹੋ। ਹਾਲੇਲੂਇਆ। ਕਿ ਤੁਸੀਂ ਅੱਜ ਪ੍ਰਭੂ ਦੇ ਨਾਲ ਇਕੱਲੇ ਰਹਿਣਾ ਪਸੰਦ ਕਰਦੇ ਹੋ। ਹਾਲੇਲੂਇਆ। ਉਸ ਨਾਲ ਇਕੱਲੇ ਰਹਿਣਾ, ਕਦੇ ਛੋਟਾ ਗੀਤ ਗਾ ਲਿਆ,
कदे प्रार्थना कर ली, कदे मैसेज पढ़ लिया। हालेलुया। यानी कि तुसी परमेश्वर नाल इकल्ले समा बिताओ। हालेलुया। प्रभु को सारी बरकत दे। तो मैनू भी प्रभु दे नाल इकल्ला रहना बहुत वधिया लगता है। हालेलुया। बेशक बहुत सारे घरेलू मसले हैं, जब मैं वातावरण चाहता हाँ वो जब मैंने मिलता नहीं। हालेलुया। कई बार मैं परेशान हो जाता हाँ। हालेलुया। क्योंकि ऐसा वातावरण नहीं मिलता है, घरेलू मसले इन्ने हैं। हालेलुया। प्रभु को सारी बरकत दे। पर तुसी अपनी परेशानी उसको दस सकते हो। हालेलुया। जब तुम परेशान हो जाते हो तो फिर किहदे कोल जाना है? प्रभु की हजूरी च जाना है, घुटने पार होना है। तुसी उन्हें अपनी परेशानी को दस सकते हो। हालेलुया। वो आप चाहता है कि तुहानू कल्ले नू अपने कोल लियावे, वो ते आप चाहता है। हालेलुया। जिथे कोई होर काम ना होवे, पर असी कई बारी रुकावटां दे कारण दुआ नहीं कर पाते। एक कमी है। हालेलुया। प्रभु बहुत सारी बरकत दे। असी बहुत घट प्रार्थना करते हैं जिन्नी सानू करनी चाहिए है, जिन्ना सानू प्रभु की हजूरी च झुकना चाहिए है, जिन्ना उहदे अगे अपने आप को समर्पित करना चाहिए है, उन्ना असी करते नहीं। हालेलुया। यदि घट समा परमेश्वर के नाल गुजारते हैं, चाहिए तो है कि उन्हें अनंत जीवन दिता है, उन्हें सदा का जीवन दिता है, उन्हें बहुतायत का जीवन दिता है, तो वो बढ़ता समा किधर ना गुजारना है? परमेश्वर के नाम। हालेलुया। तो तब बहुत सारी बरकत दे। उदाहरण के तौर पे तुम चर्च आ गए, थोड़ी जी प्रार्थना की, सब देख रहे हैं भाई दुआ कर रहा। चर्च च आना प्रार्थना करना वधिया गल है। हालेलुया। पर तुहानू पर्सनल भी इकल्ले भी दुआ करनी चाहिए है। हालेलुया। तुहाडे कोल कोई पर्सनल स्थान होना चाहिए है, कोई तुहाडे कोल गुप्त स्थान होना चाहिए है, जिथे तुसी अपने प्रभु नाल कई बार मिल सको, ओदे नाल गल्लां कर सको, ओदे नाल तुसी अपनी परेशानियां नूं दस सको। कोई ऐसी जगह होनी चाहिए है जिथे तुसी ओदे नाल गल्लां करो। हालेलुया। तो तुम बहुत सारी बरकत दे। आज असी प्रार्थना के उत्ते ही प्रचार करना है, प्रार्थना के बोलांगे। नबी कहता मैं तुहाडा धन्नवाद करता हाँ कि तुसी मेरे लिए दुआ की। तुसी मेरे लिए उस समय तो ही दुआ कर रहे जदों दा तुसी सुनिया कि मेरे सट लगी है। भाई तो सट लग गई तो कुछ लोग दुआ कर रहे थे। नबी कहता एक छोटा ग्रुप जो मेरे लिए दुआ कर रहा सी, मेरी लड़की रिबका जो उत्थे आ, उसने भैन दाऊद नूं जो इत्थे गजे आउंदी है एक पत्र लिखिया सी। उसने उसनू इस विषय बारे दस्सिया सी। उन्होंने कुछ दिन बाद मैडम फोन किया ते बोली मैं नहीं जानती हाँ कि इसने मदद की है कि नहीं, पर साडा सारा दा सारा झुंड ऊपर कट्ठिया होया। उस विच एक मैथोडिस्ट प्रचारक भी सी ते भाई ब्राउन अते उन्हां दे रिश्तेदार अते वो सारे असी सारे इकट्ठे होए। उन्होंने पूरी रात मेरे लिए दुआ की। हालेलुया। उन्हें पता चल गया भाई ब्राह्मण के सट लग गई है, तो पूरी रात वो झुंड एक जगह इकट्ठा हो गया, तो पूरी रात उन्होंने सेवक के लिए दुआ की। मुबारक। हालेलुया। प्रभु बहुत सारी बरकत दे। उसने क्या औरत भैन की वाइफ नाल गल कर रही है, उसने क्या मैं नहीं जानती कि परमेश्वर ने साड़ी दुआ सुनी कि नहीं सुनी, पर असी जानते हाँ भाई ब्राह्मण ने लखां वाली दुआ की, पर असी सोचा असी ओदे लिए दुआ करनी है। नबी कहता देखो इससे तरह ही तो प्रार्थना होती है। हालेलुया। जिसनों वो सुनता है जब तुसी बोझ नाल दुआ करते हो। हालेलुया। ऐसी दुआ होती है। वो दुआ किनू कहते हैं? जब तुम देखा कोई भाई मजबूर है, भाई परेशान है, भाई दुखी है, या सेवक दुखी है, तुसी परिवार सहित दुआ से चले गए, जब झुंड बना लिया तो उहदे लिए दुआ की, तो नबी कहता है यही तो दुआ। हालेलुया। भाई एक बंदे का जिक्र करता है, क्रैश ओहदा नाम है। वो कहता है भाई क्रैश जो इत्थे साडे कोल भाइयां विचों एक भाई है,
ਹਾਲ ਹੀ ਚ ਸ਼ੈਤਾਨ ਉਹਦੇ ਪਿੱਛੇ ਪੈਦਾ ਸੀ। ਉਹ ਇੱਕ ਪੁਲੀ ਨਾਲ ਟਕਰਾ ਗਿਆ। ਕਿਹਦੇ ਨਾਲ ਟਕਰਾ ਗਿਆ? ਇੱਕ ਪੁਲੀ ਨਾਲ ਟਕਰਾ ਗਿਆ। ਉਸਦੇ ਵਿਚਾਰੇ ਤੇ ਸੱਟਾਂ ਲੱਗ ਗਈਆਂ, ਪਰ ਮਰਨ ਤੋਂ ਬਚ ਗਿਆ। ਤੇ ਉਹ ਹਸਪੀਟਲ ਚ ਸੀ। ਉੱਥੇ ਇੱਕ ਭਰਾ ਸੀ ਜਿਸਦਾ ਨਾਮ ਮੈਕਾਫ ਸੀ। ਉਹ ਐਲਬਨੀ ਦੇ ਇੱਕ ਇਲਾਕੇ ਤੋਂ ਆਇਆ। ਉਸਨੇ ਕਿਹਾ, ਭਾਈ ਕ੍ਰੇਸ਼, मैं इस जोग ते नहीं कि मैं तेरे लिए दुआ करा। बस प्रभु ने मेरे हृदय च पाया कि मैं तेरे लिए दुआ करा, ते मैं इस नूं करन तो बगैर रह नहीं सकिया। वो बस आया, घुटने पार होया ते उसने छोटी जही दुआ की ते चलिया। हालेलुया। अगे नबी कहना, परमेश्वर ने भाई क्लेश नूं ठीक उसे समय ही ठीक कर दिता। हालेलुया, हालेलुया। ध्यान नाल सुनो। ਤੁਸੀਂ ਦੇਖਿਆ, ਇਹ ਮਸੀਹ ਦੀ ਦੇਹ 'ਚ ਇੱਕ ਮੈਂਬਰ ਦੇ ਕੋਲ ਦੂਸਰੇ ਮੈਂਬਰ ਦੀ ਚੰਗਾਈ ਦੇ ਵਾਸਤੇ ਵਰਦਾਨ ਹੁੰਦਾ ਹੈ। ਆਮੀਨ। ਠੀਕ ਹੈ। ਹਾਲੇਲੂਇਆ। ਇੱਕ ਮੈਂਬਰ ਦੇ ਕੋਲ ਦੂਸਰੇ ਮੈਂਬਰ ਦੀ ਚੰਗਾਈ ਦੇ ਵਾਸਤੇ ਕੀ ਹੁੰਦਾ ਹੈ? ਵਰਦਾਨ ਹੁੰਦਾ ਹੈ। ਆਮੀਨ। ਹਾਲੇਲੂਇਆ। ਵਰਦਾਨ ਤੁਹਾਡੇ ਕੋਲ ਹੀ ਹਨ। ਪ੍ਰਭੂ ਨੇ ਤੁਹਾਨੂੰ ਵਰਦਾਨ ਦਿੱਤੇ ਹਨ। ਜੇ ਤੁਸੀਂ ਕਲੀਸਿਆ ਦੇ ਮੈਂਬਰ ਹੋ ਤਾਂ ਫਿਰ ਪਰਮੇਸ਼ਵਰ ਨੇ ਤੁਹਾਨੂੰ ਵਰਦਾਨ ਦਿੱਤੇ ਹਨ। ਪਰ ਜ਼ਰੂਰੀ ਕੀ ਹੈ? ਉਸ ਵਰਦਾਨ ਨੂੰ ਇਸਤੇਮਾਲ ਕਰਨਾ। हालेलुया। पर तुसी अपने वरदानां दा इस्तेमाल नहीं करते। कोई मर रहा है, कोई बीमार है, कोई दुखी है, कदे बोझ दे नाल नहीं जांदे, ताड़ा वरदान उत्ते ही पड़िया रहंदा है। पर प्रभु ने ताड़े अंदर वरदान रखे ने हैं, और जरूर है कि तुसी उनका इस्तेमाल करो। हालेलुया। तो तुम बहुत सारी है आशीष दे। तुसी बस ये ना सोचो कि तुसी एक साधारण जिहे मनुख हो। तुसी तां उन्ने ही सदस्य हो जिन्ने बाकी हैं। हालेलुया। नबी कहता है, मेरी उंगली उन्नी ही मेरी है जिन्नी मेरी बांह मेरी है, या कान मेरा है। समझे? वो तो बस देह दा अंग है। ते असी सारे जे साडा एक अंग दुखी हुंदा है, असी सारे ही उस नाल मिल के दुखी हुंदे हैं। ये है एकता। हालेलुया। नबी कहता कि धन है एकता। जे तुहाडे विच एकता है, तुसी धन हो, तुसी मुबारक हो। हालेलुया। प्रभु बहुत सारी बरकत दे। आज ता बुलारियां नु, आज ता प्रचारकां नु, आज ते गवाहां नु, आज ते विश्वासियां नु। हालेलुया। आज गवाचियां हुईयां रूहां दे लई बोझ नाल दुआ करनी चाहिए है। हालेलुया। पर इस तरह नहीं है। आज तक कितनियां रूहां पाप दे बोझ दे थले नपी दियां हैं। कमजोरी किथे है? दुआ नहीं है। हालेलुया। नबी कहता है, पहले सब पुनरुत्थान की कमी के कारण है। मेरा कहना है कि आज भी सानू परमेश्वर के आगे प्रार्थना करने की लोड़ है कि वो सानू गवाचियां हुईयां रूहां दे लई जनून देवे कि असीं उन्हां नूं लभ सकीए जदों तक मसीह नहीं आउंदा। साडे अंदर प्रभु ऐसा जनून भर दे कि असीं उन्हां रूहां नूं लभ सकीए जदों तक मसीह नहीं आउंदा। हालेलुया। जदों तुसीं ध्यान दित्ता है, ਜਿਹੜੇ अंतरिक्ष यात्री यात्रा करते हैं, ਜਿਹੜੇ ਰਾਕਟ ਦੇ ਅੰਦਰ ਹੁੰਦੇ ਨੇ, ਉੱਥੇ ਕੁਝ ਬੈਠੇ ਹੁੰਦੇ ਨੇ। ਹਾਲੇਲੂਇਆ। ਉਸ ਨੂੰ ਰਡਾਰ ਦੀ ਸ਼ਕਤੀ ਨਾਲ ਨਿਯੰਤਰਿਤ ਕੀਤਾ ਜਾਂਦਾ ਹੈ। ਤੁਸੀਂ ਉਹਨਾਂ ਨੂੰ ਦੇਖ ਨਹੀਂ ਸਕਦੇ, ਪਰ ਰਡਾਰ ਦੀ ਸਹਾਇਤਾ ਨਾਲ ਤੁਸੀਂ ਉਹਨਾਂ ਨਾਲ ਸੰਪਰਕ ਬਣਾ ਸਕਦੇ ਹੋ। ਹਾਲੇਲੂਇਆ। ਉਹ ਬੜੀ ਦੂਰ ਚਲੇ ਜਾਂਦੇ ਹਨ। रॉकेट च बैठ के काफी दूर चले गए, तुसी उन्हें देख नहीं सकते, पर कहते एक जरिया है, वो रडार है। रडार दे नाल तुसी ओदे नाल संपर्क बना लेंदे हो, तो फिर तुसी जान लेंदे कि वो की कर रहे हैं। हालेलुया। तो किथे हैं? हालेलुया। वो सारा कुछ किहदे नाल करदे हैं? रडार दी सहायता दे नाल। हालेलुया। कि तुसी विश्वास करते हो कि ऊपर एक अंतरिक्ष जान चल रहा है। हालेलुया। तुसी उस नूं देख नहीं सकते, पर तुसी ओदे नाल संपर्क बना लेंदे हो। तुहाडे कोल रडार है, वो रडार है प्रार्थना। हालेलुया। तुसी परमेश्वर नूं नहीं देखदे, तुहानूं पता नहीं वो किस जगह ते है, वो तुहानूं पता नहीं वो की कर रहा है, पर जदों तुसीं ओदे नाल संपर्क बनांदे हो प्रार्थना दे नाल, हालेलुया, फिर तुसी उस नूं देख सकते हो, तुसी ओदे नाल संपर्क बना सकते हो। हालेलुया। प्रभु बहुत सारी बरकत दे। यीशु ने कहा, तुसी जो मेरे पिता को मेरे नाम से मंगोगे वो तुहानूं दे देवेगा। तुसी उस मार्ग नूं देख सकते हो,
ਤੁਸੀਂ ਪਰਮੇਸ਼ਰ ਨੂੰ ਦੇਖ ਸਕਦੇ ਹੋ ਪ੍ਰਾਰਥਨਾ ਦੇ ਰਾਹੀਂ। ਤੁਸੀਂ ਉਸ ਨਾਲ ਸੰਪਰਕ ਬਣਾ ਸਕਦੇ ਹੋ, ਤੁਸੀਂ ਉਸ ਨਾਲ ਗੱਲਾਂ ਕਰ ਸਕਦੇ ਹੋ। ਪਰਮੇਸ਼ਰ ਨਾਲ ਮੁਲਾਕਾਤ ਕਰਨ ਦਾ ਇੱਕੋ ਹੀ ਜ਼ਰੀਆ ਹੈ, ਉਹ ਹੈ ਦੁਆ। ਦੁਆ ਦੇ ਨਾਲ ਤੁਸੀਂ ਪਰਮੇਸ਼ਰ ਦੇ ਨਾਲ ਗੱਲਾਂ ਕਰ ਸਕਦੇ ਹੋ, ਉਹਦੇ ਨਾਲ ਸੰਪਰਕ ਬਣਾ ਸਕਦੇ ਹੋ। ਹਾਲੇਲੂਇਆ। तो तब बहुत सारी बरकत दे कि विचित्र गल नहीं कि परमेश्वर ये चाहता है कि लोग ओदे से बाकी हो। खुदा भी चाहता है। हालेलुया। तो तब बहुत सारी बरकत दे, वो कला काम नहीं करना चाहता है, कर सकता है, उन्होंने खाली दुआ दी लोड़ है। हालेलुया। वो आपे नहीं कर सकता है, पर वो चाहता है कि लोग ओदे नाल सहभागी हो। हालेलुया। जब यीशु ने फसल वाल नजर मारी तो उसने क्या, फसल तो पक चुकी है पर मजदूर थोड़े हैं। तुसी फसल के मालिक दे अगे दुआ करो। यह गल किने कही? यीशु मसीह ने। हालेलुया। उसने लोगों को देखा तो उसने क्या, फसल पक चुकी है पर मजदूर घट। पर तुसी फसल के मालिक दे अगे दुआ करो कि भी मजदूरां नूं घल्ले। हालेलुया। तो फसल का मालिक कौन सी? वो खुद आप ही। हालेलुया। वो खुद ही फसल का की है, मालिक है। पर वो कह रहा है कि तुसी मेरे अगे दुआ करो कि मैं अपनी फसल के लिए मजदूर घल्ला। हालेलुया। यही तो परमेश्वर चाह रहा है, उसने करना ही है। पर वो चाहता है, उसने वो चाहता है कि तुसी ओदे से बागी हो। वो तो करता है। हालेलुया। तो बहुत सारी बरकत दे, वो इस गल का इंतजार करता है कि ओदी कलीसिया उसनु पुकारे। हालेलुया। वो तो आप कर सकता है, पर इंतजार करता है कि तुसी ओदे लिए प्रार्थना करो, उस काम लिए प्रार्थना करो ताकि वो काम करे। हालेलुया। वो इंतजार करता रहता है। परमेश्वर ने हमेशा इससे तरह चाहा है। परमेश्वर आज भी इस गल का इंतजार करता है कि वो परमेश्वर की दुहाई दे। हालेलुया। ताकि ओदा दास काम ते लग पवे। हालेलुया। अगर परमेश्वर का दास उदों तक काम ते नहीं लग सकता जदों तक लोग दुआ प्रार्थना नहीं करते। प्रभु की महिमा हो। हालेलुया। कलीसिया के अंदर काम क्यों नहीं होते? हालेलुया। कि परमेश्वर ने वादा जड़ा कीता है, उसका वादा कमजोर है? नहीं, उसका वादा कमजोर नहीं है, लोग कमजोर हैं। हालेलुया। जदों उस काम लिए दुआ नहीं करते, जदों चंगाई के वास्ते दुआ नहीं करते, जदों दुष्ट आत्मा के वास्ते दुआ नहीं करते। हालेलुया। इससे कारण कलीसिया के अंदर रुकावटां रहंदियां ने। हालेलुया। तो तुम बहुत सारी बरकत दे, थोड़ा ध्यान नाल सुनियो। इस्राएल उठे थले अजीब ते आश्चर्य काम उदों तक नहीं कर सकिया जदों तक वो मुद्दे मुंह नहीं डिगे। हालेलुया। जदों तक उन्होंने छुड़ाने वाले दी दुआ नहीं की। हालेलुया। परमेश्वर कोल ता छुड़ाने वाला है, मूसा है सी उहदे हत्थां च सी। हालेलुया। उस कोल ता एक नबी है सी जो उथे उजाड़ च टिकेदा सी। हालेलुया। परमेश्वर ने उजाड़ च उसनु रख के 40 साल तक उन्होंने इंतजार करवाया। 40 साल तक वो इंतजार करते। हालेलुया। गल्लां करते ही कि छुड़ाना है, असीं छुट जाना है, असीं छुट जाना है, सारियां गल्लां कर रहे सी पर दुआ नहीं सी कर रहे। हालेलुया। तो साडे लिए खुदा छुड़ाने वाला करेगा पर दुआ नहीं। 40 साल लग गए, 40 साल तक मूसा जड़ा उजाड़ दे विच फसिया रहा। हालेलुया। जदों तक वो प्रार्थना लिए सुधर नहीं गए। हालेलुया। पर जदों सुधर गए, जदों प्रार्थना कर लग पे, उस तो बाद परमेश्वर ने उन्हां लई छुटकारा देने वाला कर लिया। हालेलुया। परमेश्वर आज भी वही खुदा है। परमेश्वर आज भी ठीक उसी तरह कर रहा है कि लोग आपस में मिलकर दुआ प्रार्थना करने वाले बन जाए। सच है। हालेलुया। जदों तक तुसी दुआ नहीं करते, जदों तक तुसी प्रार्थना नहीं करते, उदों तक किसी भी छुटकारा मिल नहीं सकता। हालेलुया। परमेश्वर हमेशा तुम्हारी प्रार्थना का उत्तर देता है।
लिखा है मंगोगे तो तुहानू दिता जाएगा, खड़काओगे तो तुहानू खोलिया जाएगा, ढूंढोगे तो तुसी पाओगे। हालेलुया। जो तुसी उस कोलों मंगदे हो वो तुहानू जरूर ही दिंदा है। हालेलुया। प्रभु को सब बरकत दे। वो मसीहा चाहते सी, उन्हां कोल कैसर सी, उन्हां कोल दाऊद सी, उन्हां कोल सुलेमान सी। हालेलुया। सुलेमान वो है जिसने बुद्धि प्राप्त की थी, उन्हां कोल है सी, उन्हां को शक्तिशाली जोधे सी, उन्हां को सब कुछ सी, फिर भी वो जानते सी शक्ति स्वर्ग तो ही प्राप्त करनी पैनी है। हालेलुया। इसलिए वो दुआ कर रहे सी कि साडे कोल मसीहा कल। हालेलुया। पर जो परमेश्वर ने मसीहा कर लिया उन्होंने उसको पहचानिया। आज बड़े चर्च वाली गल है कि तुसी उन्होंने कहते सुनते हो आओ महान जी उठन ली दुआ करिए। हालेलुया। उस दे लिए दुआ करिए, ओदी हजूरी च टुटन ली दुआ करिए, एकता ली दुआ करिए। जे खुदा उस तरह दा ही भेजदा जो तुसी मांग रहे हो तुसी झट उसनु ग्रहण कर लेना है। हालेलुया। जब वो दुआ कर रहे सी कि प्रभु ਅਸੀਂ ਇਹ ਕਰਾਂਗੇ, मसीह इस तरह आवे, मसीह इस तरह आवे, जे उस तरह ही खुदा कर दिंदा उन्होंने झट उसनु ग्रहण कर लेना है। हालेलुया। पर सही गल तो यह है कि ਅਸੀਂ ਉਹਦੀ ਇੱਛਾ ਅਨੁਸਾਰ कर रहे हैं। ਅੱਜ ਜ਼ਰੂਰੀ ਇਹ नहीं है कि जो तुम दुआ करते हो कि प्रभु मेरी मर्जी पूरी होए, मेरी मर्जी पूरी होए। आज जरूरी की है कि प्रभु मेरी मर्जी नहीं बल्कि तेरी मर्जी पूरी हो। हालेलुया। ਅਸੀਂ ਉਹਨਾਂ ਚੀਜ਼ਾਂ ਲਈ ਦੁਆ ਕਰਦੇ ਹਾਂ, ਅਸੀਂ ਜਾਣਦੇ ਹਾਂ ਕਿ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ, ਪਰ ਪਰਮੇਸ਼ਰ ਉਸ ਨੂੰ ਉਸ ਤਰ੍ਹਾਂ ਭੇਜਦਾ ਹੈ ਜਿਸ ਤਰ੍ਹਾਂ ਉਹ ਚਾਹੁੰਦਾ ਹੈ। ਹਾਲੇਲੂਇਆ। ਉਸੇ ਸਮੇਂ ਭੇਜਦਾ ਹੈ पर उस तरह भेजता है जिस तरह उसकी अपनी मर्जी है, जिस तरह उसकी अपनी इच्छा है। हालेलुया। पर कई बार वो साडे स्वाद के मुताबिक नहीं होती, इसलिए असी वो प्राप्त नहीं करते। हालेलुया। मसीह के दिनों च इसे तरह ही सी, मसीह उन्हां दे स्वाद अनुसार नहीं सी, जिस तरह का वो मसीह चाहते सी वो उस तरह का नहीं सी। हालेलुया। वो जब जब मसीह चाह रहे सी, जब मसीह वो नहीं सी। ਇਹੋ ਹੀ ਕਾਰਨ ਸੀ ਕਿ ਜਦੋਂ ਮਸੀਹ ਪਹਾੜ ਤੋਂ ਯਰੂਸ਼ਲਮ ਵੱਲ ਨੂੰ ਆ ਰਿਹਾ ਸੀ, ਜਦੋਂ ਭੈਣ ਭਰਾ ਹੋਸਨਾ ਕਰ ਰਹੇ ਸੀ, ਪ੍ਰਭੂ ਦੀ ਹੋਸਨਾ, ਦਾਊਦ ਦੇ ਪੁੱਤਰ ਦੀ ਹੋਸਨਾ, ਬੱਚੇ ਸ਼ੋਰ ਮਚਾ ਰਹੇ ਸੀ। ਹਾਲੇਲੂਇਆ। ਜਦੋਂ ਉਹਨਾਂ ਨੇ ਦੇਖਿਆ ਉਹਨਾਂ ਨੇ ਕਿਹਾ ਸ਼ੋਰ ਕਿਉਂ ਹੈ, ਇਹਨਾਂ ਰੋਲਾ ਕਿਉਂ ਪੈਦਾ ਹੈ। हालेलुया। मसीह ਨੂੰ देख रहे सी, वो पहाड़ तो मसीह उतर रहा सी, पर वो पूछ रही सी कि यह कौन है। हालेलुया। क्योंकि उन्होंने पता नहीं सी कि यह कौन है, ओदा ही इंतजार कर रहे सी, ओदे अगे दुआई दे रहे सी, ओदे अगे प्रार्थना कर रहे सी, और मसीहा के अगे लभ रहे सी अपनी मर्जी का। हालेलुया। पर जब मसीह आया तो उन्होंने उत्ते फेटी नहीं बैठा। हालेलुया। बिल्कुल आज भी इसी तरह है। हालेलुया। यीशु मसीह ने कहा जो तुसी मेरे पिता को मेरे नाम तो मंगोगे वो तुहानू देवेगा। हालेलुया। अरे क्या ना सुनियो, यीशु मसीह ने कहा जो तुसी मेरे पिता को मेरे नाम तो मंगोगे वो तुहानू देवेगा, वो तुहानू देवेगा। तो यूहन्ना 14:14 में पढ़ोगे तो लिखा है यदि तुम मुझसे मेरे नाम से मांगोगे तो मैं उसे करूंगा। एक जगह कह दिया है कि वो तुहानू देवेगा, तो दूसरी जगह पे कह दिया कि जो तुसी मेरे पिता के नाम तो मंगोगे तो मैं उसे करूंगा, मैं उनको करांगा। हालेलुया। एक वो पिता की गल करता है, पिता देवेगा, एक कह रहा है कि मैं करांगा। इसका मतलब क्या है, वो आप ही पिता समझ लगी। हालेलुया। तुसी ध्यान दिता। हालेलुया। वो किसी और की गल नहीं कर रहा है, वो आप ही पिता से। हालेलुया। हालेलुया। इस गल का मतलब समझे, जब ਅਸੀਂ ਯਿਸੂ ਦੇ ਨਾਮ ਤੇ ਪਰਮੇਸ਼ਰ ਦੇ ਸਾਹਮਣੇ ਜਾਂਦੇ ਹਾਂ, ਇਹ ਬਿਲਕੁਲ ਉਸ ਤਰ੍ਹਾਂ ਹੀ ਹੈ ਜਿਵੇਂ ਯਿਸੂ ਪ੍ਰਾਰਥਨਾ ਕਰ ਰਿਹਾ ਕਿ ਤੁਸੀਂ ਇਸ ਦੇ ਮਤਲਬ ਨੂੰ ਸਮਝੇ। ਜਦੋਂ ਤੁਸੀਂ ਦੁਆ ਤੇ ਬੈਠੇ, ਜਦੋਂ ਤੁਸੀਂ ਉਸ ਦੇ ਨਾਮ ਤੇ ਮੰਗ ਰਹੇ ਹੋ, ਉਹ ਆਪਣੇ ਨਾਮ ਨੂੰ ਪਹਿਚਾਨਦਾ ਹੈ, ਕਿਸੇ ਹੋਰ ਨੂੰ नहीं पहचानता।
ਕਿਹਨੂੰ ਪਹਿਚਾਨਦਾ ਹੈ? ਯਿਸੂ ਨਾਮ ਨੂੰ। ਆਮੀਨ। ਹਾਲੇਲੂਇਆ। ਤੇ ਜਦੋਂ ਤੁਸੀਂ ਦੁਆ ਕਰਦੇ ਹੋ ਕਿਸ ਤਰ੍ਹਾਂ ਕਰਦੇ ਹੋ? ਯਿਸੂ ਨਾਮ ਲੈ ਕੇ। ਹਾਲੇਲੂਇਆ। ਤਾਂ ਪਿਤਾ ਦਾ ਨਾਮ ਕੀ ਹੈ? ਯਿਸੂ। ਸਮਝ ਲੱਗ ਰਹੀ ਹੈ? ਪਿਤਾ ਦਾ ਨਾਮ ਕੀ ਸੀ? ਯਿਸੂ। ਹਾਲੇਲੂਇਆ। ਯਿਸੂ ਮਸੀਹ ਨੇ ਕਿਹਾ ਜੋ ਤੁਸੀਂ ਮੇਰੇ ਪਿਤਾ ਕੋਲੋਂ ਮੰਗੋਗੇ ਉਹ ਮੈਂ ਕਰਾਂਗਾ। ਹਾਲੇਲੂਇਆ। ਹੁਣ ਮੈਂ ਦੁਆ ਨਹੀਂ ਕਰ ਰਿਹਾ ਹਾਂ ਬਲਕਿ ਇਹ ਮਸੀਹ ਹੈ, ਮਸੀਹ ਦੀ ਆਤਮਾ ਜੋ ਮੇਰੇ ਦੁਆਰਾ ਕਰ ਰਹੀ ਹੈ। ਹਾਲੇਲੂਇਆ। ਫਿਰ ਉਹ ਮਿਲ ਜਾਂਦਾ ਜੋ ਅਸੀਂ ਮੰਗਦੇ ਹਾਂ, ਫਿਰ ਉਹ ਸਾਨੂੰ ਮਿਲ ਜਾਂਦਾ ਹੈ। ਹਾਲੇਲੂਇਆ। ਇਹ ਪਰਮੇਸ਼ਵਰ ਦਾ ਵਚਨ ਹੈ, ਜੋ ਉਸਨੇ ਕਿਹਾ ਉਹ ਉਸ ਨੂੰ ਪੂਰਾ ਕਰੇਗਾ। ਹਾਲੇਲੂਇਆ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਮੰਗਦੇ ਹਾਂ ਉਹ ਸਾਨੂੰ ਮਿਲਦਾ ਹੈ। ਆਮੀਨ। ਉਹ ਤਾਂ ਵਿਸ਼ਵਾਸ ਕਰਦਾ ਹੈ ਜੋ ਅਸੀਂ ਮੰਗਦੇ ਹਾਂ ਉਹ ਸਾਨੂੰ ਮਿਲਦਾ ਹੈ, ਕਿਉਂਕਿ ਉਹ ਪਰਮੇਸ਼ਵਰ ਹੈ ਤੇ ਪਰਮੇਸ਼ਵਰ ਆਪਣਾ ਵਚਨ ਵਾਪਸ ਨਹੀਂ ਲੈ ਸਕਦਾ। ਹਾਲੇਲੂਇਆ। ਉਹ ਹਮੇਸ਼ਾ ਵਚਨ ਨਾਲ ਹੀ ਰਹਿੰਦਾ ਹੈ। ਤੁਸੀਂ ਮੇਰੇ ਚ ਬਣੇ ਰਹੋ ਤਾਂ ਮੇਰਾ ਵਚਨ ਤੁਹਾਡੇ ਵਿੱਚ ਬਣਿਆ ਰਹੇ, ਤਾਂ ਤੁਸੀਂ ਜੋ ਚਾਹੋਗੇ ਤੁਹਾਡੇ ਲਈ ਹੋ ਜਾਏਗਾ। ਉਹ ਵਚਨ ਹੈ। ਜਦ ਤੁਸੀਂ ਉਹਦੇ ਵਿੱਚ ਬਣ ਜਾਂਦੇ ਹੋ ਤਾਂ ਇਹ ਗੱਲਾਂ ਤੁਹਾਡੇ ਵਿੱਚ ਆ ਜਾਂਦੀਆਂ ਹਨ, ਫਿਰ ਤੁਸੀਂ ਜੋ ਚਾਹਦੇ ਹੋ ਤੁਹਾਡੇ ਲਈ ਹੋ ਜਾਂਦਾ ਹੈ। ਆਮੀਨ। ਹਾਲੇਲੂਇਆ। ਅਸੀਂ ਵਿਸ਼ਵਾਸ ਨਾਲ ਮੰਗਣਾ। ਆਮੀਨ। ਕਿਸ ਤਰ੍ਹਾਂ ਮੰਗਣਾ ਹੈ? ਵਿਸ਼ਵਾਸ ਨਾਲ। ਇਸੇ ਹੀ ਮਕਸਦ ਦੇ ਦੁਆਰਾ ਉਸਨੇ ਸਾਨੂੰ ਬਣਾਇਆ ਹੈ। ਅਸੀਂ ਪਾਪ ਚ ਡਿੱਗਣ ਦੇ ਕਾਰਨ ਉਸ ਤੋਂ ਦੂਰ ਚਲੇ ਗਏ, ਪਰ ਜਦੋਂ ਛੁਟਕਾਰਾ ਹੋਇਆ ਅਸੀਂ ਫਿਰ ਮਸੀਹ ਦੇ ਨਜ਼ਦੀਕ ਆ ਗਏ। ਛੁਟਕਾਰੇ ਦੇ ਕਾਰਨ ਕਿ ਪ੍ਰਭੂ ਨੇ ਆਪ ਹੀ ਸਾਡਾ ਛੁਟਕਾਰਾ ਕੀਤਾ, ਆਪ ਹੀ ਉਹ ਸਾਨੂੰ ਨੇੜੇ ਲੈ ਕੇ ਆ ਗਿਆ। ਪਰ ਅੱਜ ਅਸੀਂ ਮੰਗਣਾ ਹੈ ਉਹਦੇ। ਹਾਲੇਲੂਇਆ। ਜਦੋਂ ਤੁਸੀਂ ਦੁਆ ਕਰਦੇ ਹੋ ਤਾਂ ਕਿਸ ਲਈ ਦੁਆ ਕਰਦੇ ਹੋ? ਮੈਨੂੰ ਪ੍ਰਭੂ ਇਹ ਦੇ ਦੇ, ਮੈਨੂੰ ਪ੍ਰਭੂ ਉਹ ਦੇ ਦੇ, ਮੁੰਡੇ ਮੈਨੂੰ ਨੌਕਰੀ ਦੇ ਦੇ, ਮੇਰਾ ਕਾਰੋਬਾਰ ਵਧਾ ਦੇ, ਮੈਨੂੰ ਕਾਰ ਲੈ ਦੇ। ਤੁਸੀਂ ਗਲਤ ਦੁਆ ਕਰ ਰਹੇ ਹੋ। ਇਹ ਸਹੀ ਦੁਆ ਨਹੀਂ ਹੈ। ਬਿਲਕੁਲ ਨਹੀਂ। ਹਾਲੇਲੂਇਆ। ਤੁਸੀਂ ਪਰਮੇਸ਼ਵਰ ਦੇ ਮਨ ਨੂੰ ਬਦਲਣ ਲਈ ਦੁਆ ਨਹੀਂ ਕਰਨੀ। ਤੁਹਾਨੂੰ ਉਸ ਦੇ ਮਨ ਨੂੰ ਬਦਲਣ ਦੇ ਲਈ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ ਹੈ। ਹਾਲੇਲੂਇਆ। ਜਲਦੀ ਸਮਝ ਲੱਗ ਰਹੀ ਹੈ? ਜਿਵੇਂ ਕੈਥੋਲਿਕ ਦੀ ਕਿਤਾਬ ਦੇ ਅੰਦਰ ਕੈਥੋਲਿਕ ਨੇ ਦੁਆ ਵਾਲੀ ਪ੍ਰਾਰਥਨਾ ਵਾਲੀ ਇੱਕ ਕਿਤਾਬ ਛਾਪੀ ਦੀ ਹੈ, ਉਹਦੇ ਵੱਲ ਦੇਖ ਕੇ ਦੁਆ ਕਰ। ਦੁਆ ਪੜ੍ਹਦੇ ਹਾਂ, ਕਰਦੇ ਨਹੀਂ ਪੜ੍ਹਦੇ ਹਾਂ। ਹਾਲੇਲੂਇਆ। ਇਹ ਠੀਕ ਨਹੀਂ ਹੈ, ਗਲਤ ਹੈ। ਇਹ ਤਾਂ ਬਸ ਰੱਟੀ ਹੋਈ ਦੁਆ ਕਰ ਰਿਹਾ ਹੈ, ਇਹਦੇ ਨਾਲ ਕੋਈ ਵੀ ਫਾਇਦਾ ਨਹੀਂ ਹੋਵੇਗਾ। ਹਾਲੇਲੂਇਆ। ਪ੍ਰਾਰਥਨਾ ਹੋਣੀ ਚਾਹੀਦੀ ਹੈ ਕਿ हे ਪ੍ਰਭੂ ਜਿਵੇਂ ਤੇਰਾ ਵਚਨ ਕਹਿੰਦਾ ਹੈ ਉਸੇ ਤਰ੍ਹਾਂ ਮੈਨੂੰ ਬਦਲ ਦੇ। ਹਾਲੇਲੂਇਆ। ਤੁਸੀਂ ਇਹ ਨਾ ਕਹੋ ਕਿ ਤੂੰ ਆਪਣਾ ਵਿਚਾਰ ਬਦਲ ਦੇ। ਇਹ ਪ੍ਰਾਰਥਨਾ ਕਰਨੀ ਕਿ ਪ੍ਰਭੂ ਤੂੰ ਮੇਰੇ ਵਿਚਾਰਾਂ ਨੂੰ ਬਦਲ ਦੇ। ਇਸ ਤਰ੍ਹਾਂ ਦੁਆ ਕਰਨੀ ਹੈ, ਪ੍ਰਭੂ ਤੂੰ ਮੇਰੇ ਮਨ ਨੂੰ ਬਦਲ ਦੇ। ਪ੍ਰਭੂ ਤੂੰ ਮੈਨੂੰ ਆਪਣੀਆਂ ਵਿਧੀਆਂ ਤੇ ਕਾਨੂੰਨਾਂ ਤੇ ਚਲਾ। ਪ੍ਰਭੂ ਤੂੰ ਮੈਨੂੰ ਬਦਲ। ਹਾਲੇਲੂਇਆ। ਪ੍ਰਭੂ ਤੂੰ ਮੈਨੂੰ ਆਪਣੀਆਂ ਸੋਚਾਂ ਚ ਲੈ ਚੱਲ, ਤਾਂ ਕਿ ਤੇਰੀ ਸੋਚ ਮੇਰੀ ਸੋਚ ਬਣ ਜਾਏ, ਤਾਂ ਕਿ ਮੈਂ ਤੇਰੇ ਹਰ ਵਚਨ ਤੇ ਵਿਸ਼ਵਾਸ ਕਰ ਸਕਾਂ। ਪ੍ਰਭੂ ਤੂੰ ਆਪ ਆਖਿਆ ਸਭ ਗੱਲਾਂ ਮਿਲ ਕੇ ਇੱਕ ਧਰਮੀ ਦਾ ਭਲਾ ਕਰਦੀਆਂ ਹਨ, ਉਹ ਜੋ ਤੈਨੂੰ ਪਿਆਰ ਕਰਦੇ ਹਨ। ਪ੍ਰਭੂ ਮੈਂ ਤੈਨੂੰ ਪਿਆਰ ਕਰਦਾ ਹਾਂ। ਪ੍ਰਭੂ ਸਾਰੀਆਂ ਗੱਲਾਂ ਮੇਰੀ ਭਲਾਈ ਲਈ ਹਨ। ਹਾਲੇਲੂਇਆ। ਇਸ ਤਰ੍ਹਾਂ ਦੁਆ ਕਰਨੀ ਹੈ। ਹਾਲੇਲੂਇਆ। ਤੁਸੀਂ ਜਾਣਦੇ ਹੋ ਜਦੋਂ ਤੁਸੀਂ ਦੂਸਰਿਆਂ ਲਈ ਦੁਆ ਕਰਦੇ ਹੋ, ਦੁਆ ਨਾਲ ਕਈਆਂ ਨੂੰ ਕਈ ਵਾਰ ਸਹਾਇਤਾ ਮਿਲਦੀ ਹੈ। ਹਾਲੇਲੂਇਆ। ਜਦੋਂ ਤੁਸੀਂ ਦੁਆ ਕਰਦੇ ਕਿਸੇ ਭੈਣ ਦੇ ਲਈ ਦੁਆ ਕਰ ਰਹੇ ਹੋ, ਕਿਸੇ ਭਾਈ ਦੇ ਲਈ ਦੁਆ ਕਰ ਰਹੇ ਹੋ, ਪਰ ਪ੍ਰਾਰਥਨਾ ਦੇ ਨਾਲ ਕਈਆਂ ਨੂੰ ਕਈ ਵਾਰ, ਇੱਕ ਵਾਰ ਨਹੀਂ ਬਿਲਕੁਲ ਕਈ ਵਾਰ ਸਹਾਇਤਾ ਮਿਲਦੀ ਹੈ ਜਦੋਂ ਤੁਸੀਂ ਦੂਸਰਿਆਂ ਲਈ ਦੁਆ ਕਰ ਰਹੇ ਹੋ। ਹਾਲੇਲੂਇਆ। ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਤੁਸੀਂ ਹੱਥ ਰੱਖ ਕੇ ਦੁਆ ਕਰੋ। ਕਿਤੇ ਵੀ ਨਹੀਂ ਤੁਹਾਨੂੰ ਲੱਗੇਗਾ ਕਿ ਹੱਥ ਰੱਖ ਕੇ ਦੁਆ ਕਰੋ, ਪਰ ਪਿੱਛੇ ਇਸ ਤਰ੍ਹਾਂ ਚੱਲਦਾ ਆ ਰਿਹਾ ਹੈ ਕਿ ਲੋਕ ਜਦੋਂ ਤੱਕ ਹੱਥ ਰੱਖੋ, ਕਈਆਂ ਦੇ ਹੱਥ ਰੱਖਦੇ ਵੀ ਆ, ਉਹ ਸੋਚਦਾ ਮੇਰੇ ਲਈ ਦੁਆ ਨਹੀਂ। ਪਰ ਵਚਨ ਕਹਿੰਦਾ ਵਿਸ਼ਵਾਸ ਕਰਨ ਵਾਲੇ ਵਿੱਚ ਚਿੰਨ ਹੋਣਗੇ, ਉਹ ਰੋਗੀਆਂ ਤੇ ਹੱਥ ਰੱਖਣਗੇ, ਦੁਆ ਨਹੀਂ ਕਰਨਗੇ। ਧਿਆਨ ਰੱਖੋ। ਪਰ ਸਾਡੇ ਵਿੱਚ ਇੱਕ ਆਦਤ ਕੀ ਪੈ ਗਈ ਹੈ, ਉਹ ਜੇ ਸੇਵਕ ਹੱਥ ਵੀ ਰੱਖਦਾ ਹੈ ਤਾਂ ਉਹ ਸੋਚਦੇ ਕੋ ਬੈਠੇ ਰਹਿੰਦੇ ਕਿ ਦੁਆ ਨਹੀਂ ਹੋਈ। ਵਿਸ਼ਵਾਸ ਕਰਨਾ। ਪਰ ਇਹ ਲਿਖਿਆ ਹੈ ਕਿ ਵਿਸ਼ਵਾਸ ਕਰਨ ਵਾਲੇ ਵਿੱਚ ਚਿੰਨ ਹੋਣਗੇ, ਜੋ ਰੋਗੀਆਂ ਤੇ ਹੱਥ ਰੱਖਣਗੇ ਤਾਂ ਰੋਗੀ ਚੰਗੇ ਹੋ ਜਾਣਗੇ। ਜਲਦੀ ਸਮਝ ਲੱਗਦੀ ਹੈ।
ਹਾਲੇਲੂਇਆ। ਉਹ ਰੋਗੀਆਂ ਤੇ ਹੱਥ ਰੱਖਣਗੇ, ਰੋਗੀ ਚੰਗੇ ਹੋ ਜਾਣਗੇ। ਉੱਥੇ ਦੁਆ ਦੀ ਗੱਲ ਨਹੀਂ ਹੈ, ਉੱਥੇ ਹੱਥ ਰੱਖਣ ਦੀ ਗੱਲ ਹੈ। ਪਰ ਜਦੋਂ ਦੁਆ ਦੀ ਗੱਲ ਆਉਂਦੀ ਹੈ, ਉਸਨੇ ਕਿਹਾ ਕਲੀਸਿਆ ਦੇ ਬਜ਼ੁਰਗਾਂ ਨੂੰ ਸੱਦੋ। ਕੋਈ ਜ਼ਰੂਰਤਮੰਦ ਹੈ, ਕਿਸੇ ਨੂੰ ਲੋੜ ਹੈ, ਤੇ ਕਲੀਸਿਆ ਨੂੰ ਬਜ਼ੁਰਗਾਂ ਨੂੰ ਸੱਦੋ ਤੋਂ ਰੋਗੀ ਨੂੰ ਤੇਲ ਨੂੰ ਮੱਥਾ ਕਰਕੇ ਲਗਾਏ, ਰੋਗੀ ਚੰਗਾ ਹੋ ਜਾਏ। ਹਾਲੇਲੂਇਆ। ਉੱਥੇ ਦੁਆ ਦੀ ਲੋੜ ਹੈ। ਇੱਕ ਜਗ੍ਹਾ ਹੈ ਉੱਥੇ ਦੁਆ ਦੀ ਲੋੜ ਨਹੀਂ ਹੈ, ਉੱਥੇ ਹੱਥ ਹੀ ਰੱਖੋ, ਤੁਸੀਂ ਚੰਗੇ ਹੋ ਸਕਦੇ ਹੋ। ਪਰ ਜੇ ਬਿਮਾਰ ਹੈ, ਜ਼ਰੂਰਤਮੰਦ ਹੈ, ਤਾਂ ਲਿਖਿਆ ਕਲੀਸਿਆ ਦੇ ਬਜ਼ੁਰਗ ਨੂੰ ਘਰ ਸੱਦੇ, ਘਰ ਬੁਲਾਓ। ਸਮਝ ਲੱਗਦੀ ਹੈ? ਜ਼ਰੂਰਤ ਹੈ, ਪ੍ਰਾਰਥਨਾ ਦੀ ਲੋੜ ਹੈ, ਫਿਰ ਘਰ ਸੱਦੋ ਬਜ਼ੁਰਗ ਨੂੰ, ਪਾਸਟਰ ਨੂੰ ਨਹੀਂ। ਹਾਲੇਲੂਇਆ। ਤਾਂ ਕਿ ਉਹ ਜਿਹਦੇ ਅੰਦਰ ਗਿਫਟ ਹੈ, ਉਸ ਪ੍ਰਾਰਥਨਾ ਦੇ ਵਿੱਚ ਠੀਕ ਹੈ, ਉਹਦੇ ਅੰਦਰ ਗਿਫਟ ਹੈ, ਉਹਨੂੰ ਘਰ ਸੱਦੋ ਕਿ ਭਾਈ ਆਇਓ, ਮੇਰੇ ਘਰ ਆਇਓ ਤੇ ਮੇਰੇ ਲਈ ਕੀ ਕਰੇ? ਦੁਆ। ਫਿਰ ਕਲੀਸਿਆ ਦਾ ਬਜ਼ੁਰਗ ਜਾਵੇ ਤਾਂ ਤੇਲ ਨੂੰ ਮਸਾ ਕਰੇ ਤੇ ਰੋਗੀ ਤੇ ਲਗਾਏ। ਬਾਈਬਲ ਬਿਆਨ ਕਰਦੀ ਹੈ ਕਿ ਰੋਗੀ ਚੰਗਾ ਹੋ ਜਾਏ। ਹਾਲੇਲੂਇਆ। ਐਸਾ ਵਰਦਾਨ ਹੈ, ਹੱਥ ਰੱਖ ਕੇ ਚੰਗਾਈ ਹੈ, ਤੇਲ ਨੂੰ ਮਸਾ ਕਰਕੇ ਇਹ ਚੰਗਾਈ ਹੈ, ਸਭ ਵਰਦਾਨ ਹੈ। ਹਾਲੇਲੂਇਆ। ਕਿ ਜਦੋਂ ਅਸੀਂ ਵਰਦਾਨਾਂ ਦਾ ਸਹੀ ਢੰਗ ਦੇ ਨਾਲ ਇਸਤੇਮਾਲ ਕਰਦੇ ਹਾਂ, ਫਿਰ ਖੁਦਾ ਕੰਮ ਕਰਦਾ ਹੈ। ਹਾਲੇਲੂਇਆ। ਪ੍ਰਭੂ ਬਹੁਤ ਸਾਰੀ ਬਰਕਤ ਦੇ। ਕਈ ਵਾਰ ਲੋਕ ਸੇਵਕ ਦਾ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਆ, ਵਧੀਆ ਲੱਗਦਾ ਹੈ, ਪਰ ਨਬੀ ਕਹਿੰਦਾ ਹੈ ਪਰ ਸਾਨੂੰ ਤੁਹਾਡੇ ਪੈਸੇ ਨਹੀਂ ਚਾਹੀਦੇ। ਹਾਲੇਲੂਇਆ। ਸਾਨੂੰ ਤੁਹਾਡੇ ਕੱਪੜੇ ਨਹੀਂ ਚਾਹੀਦੇ। ਭਾਈ ਬ੍ਰਾਹਮ ਕਹਿੰਦਾ ਹੈ ਲੋਕ ਮੈਨੂੰ ਬਹੁਤ ਸਾਰੇ ਕੱਪੜੇ ਦਿੰਦੇ ਆ, ਘਰ ਦੇ ਗੁਜ਼ਾਰੇ ਵਾਸਤੇ ਪ੍ਰਾਪਤ ਮੈਨੂੰ ਪੈਸਾ ਮਿਲਦਾ ਹੈ, ਪਰ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੈਨੂੰ ਇਹ ਸਾਰਾ ਕੁਝ ਦਿਓ, ਤੇ ਮੇਰੇ ਲਈ ਦੁਆ ਕਰੋ। ਹਾਲੇਲੂਇਆ। ਪਰ ਨਬੀ ਕਹਿੰਦਾ ਹੈ ਕਿ ਮੈਨੂੰ ਤੁਹਾਡੀ ਪ੍ਰਾਰਥਨਾ ਦੀ ਜ਼ਰੂਰਤ ਹੈ, ਕਿਉਂਕਿ ਵਿਸ਼ਵਾਸ ਨਾਲ ਕੀਤੀ ਪ੍ਰਾਰਥਨਾ ਆਸ਼ੀਸ਼ ਨੂੰ ਥੱਲੇ ਲੈ ਕੇ ਆਉਂਦੀ ਹੈ। ਹਾਲੇਲੂਇਆ। ਬਾਕੀ ਸਾਰਾ ਕੁਝ ਕਰੋ, ਦਾਨ ਵੀ ਦਿਓ, ਸਾਰਾ ਕੁਝ ਕਰੋ, ਪਰ ਸੇਵਕ ਲਈ ਦੁਆ ਨਾ ਕਰੋ। ਹਾਲੇਲੂਇਆ। ਪ੍ਰਭੂ ਬਹੁਤ ਸਾਰੀ ਬਰਕਤ ਦੇ। ਪ੍ਰਾਰਥਨਾ ਕਰਨੀ ਜਾਰੀ ਰੱਖੋ। ਨਬੀ ਕਹਿੰਦਾ ਹੈ ਪ੍ਰਾਰਥਨਾ ਕਰਨੀ ਜਾਰੀ ਰੱਖੋ। ਹਾਲੇਲੂਇਆ। ਭਾਈ ਬ੍ਰਾਹਮ ਕਹਿੰਦਾ ਜਦੋਂ ਮੈਂ ਜਵਾਨ ਸੀ, ਮੈਂ ਕਿੰਨੀ ਦੁਆ ਇੱਕੋ ਹੀ ਸਾਚ ਕਰ ਲੈਂਦਾ, ਕਿੰਨੀ ਦੁਆ, ਕਹਿੰਦੇ ਇੱਕੋ ਸਾਹ में ਲੱਗੇ ਰਹਿਣਾ, ਇੱਕੋ ਹੀ ਸਾਹ ਚ ਦੁਆ ਕਰੀ ਜਾਣੀ। ਹਾਲੇਲੂਇਆ। ਪਰ ਨਬੀ ਕਹਿੰਦਾ ਜਦੋਂ ਅਸੀਂ ਬਜ਼ੁਰਗ ਹੋ ਜਾਂਦੇ ਹਾਂ, ਫਿਰ ਸਾਡੇ ਕੋਲ ਘੱਟ ਦੁਆ ਹੁੰਦੀ ਹੈ। ਹਾਲੇਲੂਇਆ। ਕਹਿੰਦਾ ਪਹਿਲਾ ਗੱਡੀ ਪਹਿਲੇ ਗੇਅਰ ਚ ਚੱਲਦੀ ਹੈ, ਪਰ ਕਹਿੰਦਾ ਬਾਅਦ ਚ ਫਿਰ ਉਹ ਦੂਸਰੇ ਗੇਅਰ ਚ ਹੋ ਜਾਂਦੀ ਹੈ, ਪਰ ਉਹ ਥੋੜੀ ਦੁਆ ਚ ਘੱਟ ਹੋ ਜਾਂਦਾ ਕੰਮ। ਪਰ ਨਬੀ ਕਹਿੰਦਾ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਉੱਥੇ ਜਾਣ ਲਈ ਥੋੜਾ ਸਮਾਂ ਲੱਗੇਗਾ, ਪਰ ਅਸੀਂ ਅੱਗੇ ਵਧਣਾ। ਪਰ ਅਸੀਂ ਪ੍ਰਾਰਥਨਾ ਕਰਨੀ ਛੱਡਣੀ ਨਹੀਂ ਹੈ ਕਿ ਸਾਡਾ ਸਰੀਰ ਕੰਮ ਨਹੀਂ ਕਰ ਰਿਹਾ, ਜਦ ਮੈਨੂੰ ਥਕਾਵਟ ਹੋ ਗਈ ਹੈ, ਮੈਂ ਬਜ਼ੁਰਗੀ ਹਾਲਤ ਦੇ ਨਾਲ ਕਮਜ਼ੋਰ ਪੈ ਗਿਆ ਹਾਂ। ਪਰ ਇਸ ਤਰ੍ਹਾਂ ਨਹੀਂ, ਫਿਰ ਵੀ ਭਾਵੇਂ ਕਮਜ਼ੋਰ ਹਾਂ, ਫਿਰ ਵੀ ਸਾਨੂੰ ਲੱਗੇ ਰਹਿਣਾ ਪੈਣਾ ਹੈ। ਹਾਲੇਲੂਇਆ। ਹੁਣ ਵਚਨ ਚ ਅਸੀਂ ਇੱਕ ਮਨੁੱਖ ਨੂੰ ਦੇਖਦੇ ਹਾਂ ਜਿਸ ਦਾ ਨਾਮ ਯਹੋਸ਼ਾਫਾਟ ਸੀ। ਕੀ ਨਾਮ ਹੈ? ਯਹੋਸ਼ਾਫਾਟ। ਉਹ ਇੱਕ ਮਹਾਨ ਬੰਦਾ ਸੀ, ਉਹ ਧਰਮੀ ਮਨੁੱਖ ਸੀ, ਅਤੇ ਉਹ ਦੂਸਰੇ ਰਾਜੇ ਕੋਲ ਗਿਆ ਜਿਹਦਾ ਨਾਮ ਆਹਾਬ ਸੀ। ਤੇ ਇਹ ਆਹਾਬ ਜਿਹੜਾ ਹੈ, ਇਹ ਇਜ਼ਰਾਈਲ ਦਾ ਰਾਜਾ। ਉਹ ਇੱਕ ਜਗ੍ਹਾ ਤੇ ਇਕੱਠੇ ਹੋਏ ਤਾਂ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਆਓ ਅਸੀਂ ਮੌਤ ਗਲਿਆਦ ਤੇ ਚੜ੍ਹਾਈ ਕਰੀਏ। ਉਹ ਸਲਾਹ ਕਰ ਰਹੇ ਸੀ। ਹਾਲੇਲੂਇਆ। ਪਰ ਉਹਨਾਂ ਨੇ ਪ੍ਰਾਰਥਨਾ ਨਹੀਂ ਕੀਤੀ। ਕੀ ਕੀਤੀ? ਸਲਾਹ ਕਰ ਪ੍ਰਾਰਥਨਾ ਕੀਤੀ। ਹਾਲੇਲੂਇਆ। ਇਸੇ ਜਗ੍ਹਾ ਦੇ ਉੱਤੇ ਅੱਜ ਉਹਨੂੰ ਪੜੋਗੇ ਤਾਂ ਪਤਾ ਲੱਗੇਗਾ ਕਿ ਫੇਲ ਹੋਏ। ਬਿਲਕੁਲ ਹੋਏ। और मीका आया तो कहना मैं दुआ करांगा। हालेलुया। खुदा को पूछांगा कि भी होना चाहिए कि नहीं होना चाहिए। हालेलुया। प्रभु बहुत सारी बरकत दे। नबी कहना काश के लोगों को एहसास हो सके कि दुआ की कितनी महत्ता है। आमीन। हालेलुया। नबी कहना जदों दा मैं तुहाडे कोल आया हां, मैं कह रहा हां मेरे लिए दुआ करी। यानी कि हर एक काम लिए दुआ करनी चाहिए है। दुआ करके ही काम शुरू करना चाहिए है। हालेलुया। भाई कहता जदों मैं विदेश यात्रा च जाता हां, ਅਸੀਂ ਮਿਲ ਕੇ ਦੁਆ ਕਰੀਏ। ਮੈਨੂੰ ਪ੍ਰਾਰਥਨਾ ਦੀ ਜ਼ਰੂਰਤ ਹੈ ਕਿਉਂਕਿ ਮੈਂ ਬਾਹਰ ਜਾਂਦਾ ਹਾਂ, ਬਹੁਤ ਸਾਰੇ ਆਤਮਾਵਾਂ ਨਾਲ ਮੇਰਾ ਟਾਕਰਾ ਹੁੰਦਾ ਹੈ। ਹਾਲੇਲੂਇਆ। ਜਾਨੀ ਕਿ ਮੈਨੂੰ ਦੁਆ ਦੀ ਜ਼ਰੂਰਤ ਹੈ। ਹਾਲੇਲੂਇਆ।
ਤੁਸੀਂ ਇਹ ਨਾ ਸਮਝੋ ਕਿ ਨਬੀ ਸੀ ਉਹਨੂੰ ਜ਼ਰੂਰਤ ਨਹੀਂ ਹੈ। ਹਾਲੇਲੂਇਆ। ਇੱਕ ਪਾਸਟਰ ਹੈ ਉਹਨੂੰ ਜ਼ਰੂਰਤ ਨਹੀਂ ਹੈ, ਭਈ ਉਹਨੂੰ ਵੀ ਦੁਆ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਉਹ ਜਦੋਂ ਪ੍ਰਾਰਥਨਾ ਕਿਸੇ ਲਈ ਕਰਦਾ ਹੈ ਉਹਦੇ ਅੰਦਰ ਦੁਸ਼ਟ ਆਦਮੀ ਹਨ, ਤਾਂ ਉਹਨੇ ਲੜਨਾ ਕਿਹਦੇ ਨਾਲ ਹੈ ਜਿਹਦੇ ਇੱਥੇ ਪਾਵਰ ਨਹੀਂ ਹੈ। ਕਲੀਸਿਆ ਜਿਹੜੀ ਹੈ ਉਹ ਕੀ ਕਰਦੀ ਹੈ, ਜਦੋਂ ਦੁਆ ਕਰਦੀ ਹੈ ਉਹਦੇ ਨਾਲ ਸੇਵਕ ਨੂੰ ਪਾਵਰ ਮਿਲਦੀ ਹੈ। ਕਿਵੇਂ ਉਹ ਲੜੇਗਾ, ਕਿਵੇਂ ਕਿਸੇ ਰੋਗੀ ਤੇ ਦੁਆ ਕਰੇਗਾ, ਕਿਵੇਂ ਦੁਸ਼ਟ ਆਤਮਾ ਨੂੰ ਝਿੜਕੇਗਾ, ਬਲਕਿ ਉਹ ਸੇਵਕ ਕਮਜ਼ੋਰ ਕਰ ਦਿੱਤਾ ਕਿਸ ਕਮੀ ਦੇ ਨਾਲ, ਦੁਆ ਦੀ ਕਮੀ ਦੇ ਨਾਲ। ਹਾਲੇਲੂਇਆ। ਤੇ ਜ਼ਰੂਰੀ ਤੇ ਹੈ ਕਿ ਸੇਵਕ ਦੇ ਲਈ ਦੁਆ ਕੀਤੀ ਜਾਏ ਕਿ ਪ੍ਰਭੂ ਸਾਡੇ ਸੇਵਕ ਨੂੰ ਬਲਸ਼ਾਲੀ ਕਰ, ਸਾਡੀ ਕਲੀਸਿਆ ਨੂੰ ਬਲਸ਼ਾਲੀ ਕਰ, ਉਹਨੂੰ ਸਮਰੱਥਾ ਦੇ ਨਾਲ ਭਰ, ਸਾਡਾ ਹਰ ਇੱਕ ਭੈਣ ਭਰਾ ਸਮਰੱਥਾ ਦੇ ਨਾਲ ਭਰਿਆ ਹੋਵੇ, ਬਲਕਿ ਦੁਆ ਦੀ ਜ਼ਰੂਰਤ ਹੈ। ਹਾਲੇਲੂਇਆ। ਪ੍ਰਭੂ ਬਹੁਤ ਸਾਰੀ ਬਰਕਤ ਦੇ। ਭਾਈ ਬ੍ਰਾਹਮ ਕਹਿੰਦਾ ਹੈ ਇੱਕ ਦਿਨ ਮੇਰੇ ਕੋਲ ਇੱਕ ਬੰਦਾ ਆਇਆ, ਉਸਨੇ ਕਿਹਾ ਭਾਈ ਬ੍ਰਾਹਮ ਕਿ ਤੁਸੀਂ ਸੋਚਦੇ ਹੋ ਫਲਾਣਾ ਕੰਮ ਕਰਨਾ ਗਲਤ ਹੈ। ਭਾਈ ਬ੍ਰਾਹਮ ਨੇ ਕਿਹਾ ਤੂੰ ਇਸ ਬਾਰੇ ਸਵਾਲ ਕਿਉਂ ਕਰ ਰਿਹਾ ਹੈ, ਮੇਰੇ ਵੱਲ ਕਰ। ਉਸਨੇ ਕਿਹਾ ਤੂੰ ਇਸ ਬਾਰੇ ਸਵਾਲ ਕਿਉਂ ਕਰ ਰਿਹਾ ਹੈ, ਜੇ ਉਸ ਗੱਲ ਲਈ ਤੇਰੇ ਦਿਮਾਗ 'ਚ ਕੋਈ ਸਵਾਲ ਖੜਾ ਹੋ ਰਿਹਾ ਹੈ ਤਾਂ ਉਸ ਨੂੰ ਛੱਡ। ਹਾਲੇਲੂਇਆ। ਤੁਸੀਂ ਉਸ ਕੰਮ ਨੂੰ ਛੱਡ ਦਿਓ, ਉਸ ਕੰਮ ਨੂੰ ਕਦੇ ਨਾ ਕਰੋ। ਜਦੋਂ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ, ਜੇ ਤੁਸੀਂ ਉਸ ਤੇ ਸ਼ੱਕ ਕਰਦੇ ਹੋ ਗਲਤ ਹੈ ਕਿ ਸਹੀ ਹੈ, ਤੁਸੀਂ ਉਸ ਤੋਂ ਅਲੱਗ ਹੋ ਜਾਓ। ਨਬੀ ਕਹਿੰਦਾ ਜੇ ਕੋਈ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਤੁਹਾਨੂੰ ਸ਼ੱਕ ਲੱਗਦਾ ਹੈ ਕਿ ਪਤਾ ਨਹੀਂ ਸਹੀ ਹੈ ਕਿ ਗਲਤ ਹੈ, ਕਹਿੰਦਾ ਉਸ ਤੋਂ ਉਹਨੂੰ ਛੱਡ ਦਿਓ, ਉਸ ਤੋਂ ਸਾਈਡ ਤੇ ਹੋ ਜਾਓ। ਤੁਸੀਂ ਉਸ ਨੂੰ ਨਾ ਕਰੋ। ਤੁਸੀਂ ਜਾਣਦੇ ਹੋ ਤੁਸੀਂ ਸਹੀ ਹੋ। ਪਹਿਲਾ ਗੱਲ ਤਾਂ ਹਰ ਇੱਕ ਕੰਮ ਦੇ ਲਈ, ਹਰ ਇੱਕ ਵਿਚਾਰ ਲਈ ਦੁਆ ਕਰਨੀ ਚਾਹੀਦੀ। ਕੋਈ ਵੀ ਚੀਜ਼ ਤੁਸੀਂ ਤੁਹਾਡੇ ਦਿਮਾਗ 'ਚ ਆਣੀ, ਤੁਹਾਡੀ ਸੋਚਾਂ 'ਚ ਆਣੀ ਹੈ, ਤੁਸੀਂ ਕੁਝ ਕਰਨਾ ਚਾਹ ਰਹੇ ਹੋ, ਸਭ ਤੋਂ ਪਹਿਲਾਂ ਕਿੱਧਰ ਜਾਓ? ਸਲਾਹ ਨਾ ਕਰੋ, ਪਹਿਲਾਂ ਪ੍ਰਭੂ ਦੀ ਹਜ਼ੂਰੀ 'ਚ, ਪਹਿਲਾਂ ਪ੍ਰਾਰਥਨਾ ਕਰੋ, ਪ੍ਰਭੂ ਦੀ ਹਜ਼ੂਰੀ 'ਚ ਝੁਕੋ। ਪ੍ਰਭੂ ਨੂੰ ਆਖੋ ਪ੍ਰਭੂ ਇਹਦੇ 'ਚ ਮੇਰੀ ਮਨਸਾ ਹੈ, ਮੈਂ ਡਬਲ ਮਾਈਂਡ ਹਾਂ, ਮੈਂ ਕਰਾਂ ਕਿ ਨਾ ਕਰਾਂ। ਹਾਲੇਲੂਇਆ। ਕਿਹਦੇ ਅੱਗੇ ਜਾਣਾ ਹੈ? ਪ੍ਰਭੂ ਦੀ ਹਜ਼ੂਰੀ 'ਚ ਜਾਣਾ ਹੈ। ਹਾਲੇਲੂਇਆ। ਬਾਈਬਲ ਬਿਆਨ ਕਰਦੀ ਹੈ ਤੁਸੀਂ ਪਹਿਲਾਂ ਪਰਮੇਸ਼ਵਰ ਦੇ ਰਾਜ ਦੀ ਖੋਜ ਕਰੋ, ਸੰਸਾਰ ਦੀ ਹਰ ਇੱਕ ਚੀਜ਼ ਤੁਹਾਡੇ ਪਿੱਛੇ ਆਵੇਗੀ। ਤੁਹਾਨੂੰ ਅੱਜ ਇਸ ਗੱਲ ਤੇ ਆਉਣਾ ਪੈਣਾ ਹੈ। ਹਾਲੇਲੂਇਆ। ਇਸ ਸਮੇਂ ਭੈਣਾਂ ਤੇ ਭਾਈ ਕੇਵਲ ਉਸ ਸਥਿਤੀ 'ਚ ਆ ਜਾਣ, ਉਹਨਾਂ ਦਾ ਪ੍ਰਾਣ, ਉਹਨਾਂ ਦੀ ਸੋਚ, ਉਹਨਾਂ ਦਾ ਨਜ਼ਰੀਆ ਪਰਮੇਸ਼ਵਰ ਦੀਆਂ ਨਜ਼ਰਾਂ 'ਚ ਬਿਲਕੁਲ ਸਿੱਧ ਪਾਇਆ ਜਾਏ ਕਿ ਉਹ ਸਭ ਤੋਂ ਸ਼ਕਤੀਸ਼ਾਲੀ ਕਲੀਸਿਆ ਹੋਵੇ। ਮੈਂ ਵੀ ਕਹਿੰਦਾ ਜਿਨ੍ਹਾਂ ਦਾ ਨਜ਼ਰੀਆ, ਜਿਨ੍ਹਾਂ ਦੀਆਂ ਸੋਚਾਂ ਬਿਲਕੁਲ ਸਿੱਧ ਹੋਣ, ਵਚਨ ਦੇ ਨਾਲ ਬਣੀਆਂ ਹੋਣ, ਪਵਿੱਤਰ ਆਤਮਾ ਨਾਲ ਬੰਦੇ ਭਰੇ ਹੋਣ। ਹਾਲੇਲੂਇਆ। ਪ੍ਰਭੂ ਬਹੁਤ ਸਾਰੀ ਬਰਕਤ ਦੇ। ਤੇ ਨਬੀ ਕਹਿੰਦਾ ਹੈ ਕਿ ਸੁਲਝੀ ਹੋਈ ਕਲੀਸਿਆ ਹੋਵੇ, ਜਿਹਨੂੰ ਪਤਾ ਹੈ ਪ੍ਰਾਰਥਨਾ ਕਰਨੀ ਜ਼ਰੂਰੀ ਹੈ, ਜਿਹਨੂੰ ਪਤਾ ਹੈ ਰੋਜ਼ਾ ਰੱਖਣਾ ਜ਼ਰੂਰੀ ਹੈ, ਜਿਹਨੂੰ ਪਤਾ ਹੈ ਕਿ ਬਾਈਬਲ ਪੜ੍ਹਨੀ ਜ਼ਰੂਰੀ ਹੈ, ਜਿਹਨੂੰ ਪਤਾ ਹੈ ਕਿ ਮੈਸੇਜ ਦੇ ਨਾਲ ਬੜੇ ਰਹਿਣਾ ਜ਼ਰੂਰੀ ਹੈ, ਜਿਹਦੇ ਅੰਦਰ ਇਹ ਭਾਵਨਾ ਹੋਵੇ, ਜਿਹਦੇ ਅੰਦਰ ਪਤਾ ਹੋਵੇ ਕਿ ਮੈਨੂੰ ਸੰਦੇਸ਼ ਨੂੰ ਜੀਣਾ ਪੈਣਾ ਹੈ। ਹਾਲੇਲੂਇਆ। ਪ੍ਰਭੂ ਬਹੁਤ ਸਾਰੀ ਬਰਕਤ ਦੇ। ਤੇ ਨਬੀ ਕਹਿੰਦਾ ਹੈ ਉਹੀ ਸਭ ਤੋਂ ਸ਼ਕਤੀਸ਼ਾਲੀ ਕਲੀਸਿਆ ਹੋਵੇਗੀ ਜੋ ਇਸ ਸਮੇਂ ਮੌਜੂਦ ਹੈ। ਹਾਲੇਲੂਇਆ। ਕਿਉਂਕਿ ਸਾਡਾ ਸਿਰ ਮਸੀਹ ਹੈ। ਉਸ ਨੂੰ ਤਾਂ ਦੁਆ ਕਰਨ ਦੀ ਵੀ ਲੋੜ ਨਹੀਂ ਸੀ। ਯਿਸੂ ਮਸੀਹ ਨੂੰ ਦੁਆ ਕਰਨ ਦੀ ਲੋੜ ਨਹੀਂ ਸੀ, ਕਿਉਂਕਿ ਵਚਨ ਸੀ, ਸਵੈਮ ਵਚਨ ਸੀ, ਸਵੈਮ ਪਰਮੇਸ਼ਰ ਸੀ। ਹਾਲੇਲੂਇਆ। ਜੇ ਕੋਈ ਦਰਸ਼ਨ ਦੇਖ ਲੈਂਦਾ ਹੈ ਤਾਂ ਉਸ ਨੂੰ ਦੁਆ ਕਰਨ ਦੀ ਵੀ ਲੋੜ ਨਹੀਂ ਹੈ। ਨਬੀ ਕਹਿੰਦਾ ਜੇ ਕੋਈ ਦਰਸ਼ਨ ਦੇਖ ਸਕਦਾ ਹੈ ਤਾਂ ਉਹਨੂੰ ਲੋੜ ਨਹੀਂ ਕਿ ਦੁਆ ਕਰੇ, ਲੋੜ ਨਹੀਂ ਹੈ। ਕਿਉਂਕਿ ਵਚਨ ਤਾਂ ਪਹਿਲਾਂ ਹੀ ਤਿਆਰ ਕੀਤਾ ਗਿਆ ਹੁੰਦਾ ਹੈ। ਨਬੀ ਕਹਿੰਦਾ ਮੈਨੂੰ ਵਚਨ ਨੂੰ ਗ੍ਰਹਿਣ ਕਰਨ ਵਾਸਤੇ ਅਤੇ ਪਰਮੇਸ਼ਰ ਦੀ ਇੱਛਾ ਕੀ ਹੈ ਉਸ ਨੂੰ ਜਾਣਨ ਵਾਸਤੇ ਦੁਆ ਕਰਨੀ ਪੈਂਦੀ ਹੈ। ਹਾਲੇਲੂਇਆ। ਯਿਸੂ ਮਸੀਹ ਨੂੰ ਜ਼ਰੂਰਤ ਨਹੀਂ ਸੀ ਪਰ ਫਿਰ ਵੀ ਦੁਆ ਕਰ ਰਿਹਾ ਸੀ। ਭਾਈ ਬ੍ਰਾਹਮ ਦਰਸ਼ਨ ਦੇਖ ਸਕਦੇ, ਉਹਨੂੰ ਦੁਆ ਕਰਨ ਦੀ ਲੋੜ ਨਹੀਂ ਸੀ, ਫਿਰ ਵੀ ਉਹ ਦੁਆ ਕਰ ਰਿਹਾ ਸੀ ਕਿ ਮੈਨੂੰ, ਹਾਲੇਲੂਇਆ, ਪਰਮੇਸ਼ਵਰ ਦੀ ਇੱਛਾ ਜਾਣਨ ਦੇ ਵਾਸਤੇ ਦੁਆ ਦੀ ਲੋੜ ਪੈਂਦੀ ਹੈ। ਹਾਲੇਲੂਇਆ। ਜੋ ਪਰਮੇਸ਼ਵਰ ਕਹਿੰਦਾ ਹੈ ਉਸ ਤੋਂ ਬਾਅਦ ਮੈਂ ਉਸ ਨੂੰ ਬੋਲ ਸਕਦਾ ਹਾਂ, ਪਰੰਤੂ ਉਹ ਵਚਨ ਸੀ। ਪਰ ਉਹ ਤਾਂ ਕੀ ਸੀ? ਸਵੈਮ ਵਚਨ ਸੀ, ਕਿਉਂਕਿ ਉਹ ਤਾਂ ਸਵੈਮ ਪਰਮੇਸ਼ਵਰ ਸੀ। ਹਾਲੇਲੂਇਆ। ਨਬੀ ਕਹਿੰਦਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਭੇਤ ਦੱਸਦਾ ਹਾਂ। ਬਿਮਾਰਾਂ ਨੂੰ ਚੰਗਾ ਕਰਨ ਲਈ ਪ੍ਰਭੂ ਨੇ ਮੈਨੂੰ ਬਹੁਤ ਸਾਰੀ ਆਸ਼ੀਸ਼ ਦਿੱਤੀ ਹੈ। ਮੈਂ ਇਸ ਲਈ
ਉਸ ਨੂੰ ਮਹਿਮਾ ਦਿੰਦਾ ਹਾਂ। ਮੈਂ ਇਨ੍ਹਾਂ ਸਾਲਾਂ 'ਚ ਉਸ ਨੂੰ ਦੇਖਿਆ ਤੇ ਮੈਂ ਉਸ ਨੂੰ ਸੱਚਾ ਪਾਇਆ। ਮੈਂ ਉਦੋਂ ਤੱਕ ਦੁਆ ਨਹੀਂ ਕਰ ਸਕਦਾ ਜਦੋਂ ਤੱਕ ਮੈਂ ਉਸ ਨਾਲ ਵਾਸਤਵਿਕ ਸੰਗਤੀ 'ਚ ਨਹੀਂ ਆ ਸਕਦਾ। ਜਦੋਂ ਤੱਕ ਮੈਂ ਉਹਦੀ ਸੰਗਤ ਨਾ ਕਰਾਂ ਮੈਂ ਕਦੇ ਵੀ ਦੁਆ ਨਹੀਂ ਕਰ ਸਕਦਾ। ਹਾਲੇਲੂਇਆ, ਆਨੰਦ ਹੋ। ਉਹਨੇ ਹਜ਼ਾਰਾਂ ਦੇ ਲਈ ਦੁਆ ਕੀਤੀ, ਪਰ ਕਹਿੰਦਾ ਮੈਂ ਜਦੋਂ ਤੱਕ ਉਹਦੇ ਨਾਲ ਬੰਦੇ ਨਾਲ ਸੰਗਤੀ ਨਾ ਕਰਾਂ, ਸੰਗਤੀ 'ਚ ਨਹੀਂ ਆ ਜਾ, ਤੇ ਮੈਂ ਉਹਦੇ ਲਈ ਦੁਆ ਨਹੀਂ ਕਰ ਸਕਦਾ। ਸਮਝ ਲੱਗਦੀ? ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਧਿਆਨ ਨਾਲ ਸੁਣੋ, ਨਬੀ ਕੀ ਕਹਿੰਦਾ ਹੈ? ਜਿਸ ਲਈ ਮੈਂ ਦੁਆ ਕਰ ਰਿਹਾ ਹਾਂ, ਤੁਹਾਨੂੰ ਥੱਲੇ ਉਤਰਨਾ ਪੈਣਾ ਹੈ। ਤੁਹਾਨੂੰ ਉਸ ਮਨੁੱਖ ਦੀ ਹਾਲਤ ਨੂੰ ਮਹਿਸੂਸ ਕਰਨਾ ਪੈਣਾ ਹੈ। ਪਹਿਲਾਂ ਉਸ ਨੂੰ ਸਮਝਣਾ ਪੈਣਾ ਹੈ। ਜਦ ਲਈ ਮੈਂ ਦੁਆ ਕਰ ਰਿਹਾ, ਉਹਦੀ ਹਾਲਤ ਨੂੰ ਜਾਣਨਾ ਪੈਣਾ ਹੈ, ਉਹਨੂੰ ਮਹਿਸੂਸ ਕਰਨਾ ਪੈਣਾ। ਉਹਦੀ ਹਾਲਤ ਕੀ ਹੈ, ਕਿੰਨੀ ਗਿਰਾਵਟ ਹੈ, ਉਹਨੂੰ ਮਹਿਸੂਸ ਕਰਨਾ ਪੈਣਾ ਹੈ। ਹਾਲੇਲੂਇਆ। ਅੱਗੇ ਨਬੀ ਧਿਆਨ ਨਾਲ ਸੁਣੋ, ਉੱਥੇ ਕੁਝ ਸਮੇਂ ਪਹਿਲਾਂ ਦੀ ਗੱਲ ਹੈ। ਮੈਕਸੀਕੋ 'ਚ ਇੱਕ ਗਰੀਬ ਬੁੱਢਾ ਕਾਲੇ ਅਤੇ ਬੂਰੇ ਵਾਲਾਂ ਵਾਲਾ, ਸ਼ਾਇਦ ਉਸਨੇ ਆਪਣੇ ਜੀਵਨ 'ਚ ਕਦੇ ਚੰਗਾ ਭੋਜਨ ਨਹੀਂ ਸੀ ਖਾਧਾ। ਇੱਕ ਬੰਦੇ ਦਾ ਜ਼ਿਕਰ ਹੈ, ਕਹਿੰਦਾ ਉਹਨੇ ਆਪਣੇ ਜੀਵਨ 'ਚ ਲੱਗਦਾ ਕਦੇ ਚੰਗਾ ਭੋਜਨ ਨਹੀਂ ਖਾਧਾ। ਉਹ ਮੰਚ ਤੇ ਆਇਆ, ਕੈਥੋਲਿਕ ਵਿਸ਼ਵਾਸ ਨਾਲ ਉਹ ਚਾਰੇ ਬਨੇ ਘੁੰਮਿਆ। ਉਸ ਕੋਲ ਇੱਕ ਛੋਟੀ ਜਿਹੀ ਛਾਲ ਸੀ, ਬਿਨਾਂ ਚੱਪਲ ਦੇ ਉਸਦੇ ਪੈਰ ਖਰਾਬ ਹੋ ਗਏ ਸੀ। ਉਹ ਘੁੱਟਨੇ ਪਾਰ ਹੋਇਆ। ਜਿਸ ਤਰ੍ਹਾਂ ਉਹ ਘੁੱਟਨੇ ਪਾਰ ਹੋਇਆ, ਉਹਦੇ ਹੱਥ ਫੜ ਲਿਆ। ਧਿਆਨ ਨਾਲ ਸੁਣੋ, ਉਸਨੇ ਆਪਣੀ ਦੁਆ ਵਾਲੀ ਮਾਲਾ, ਜਿਸ ਨੂੰ ਅਸੀਂ ਰੋਜ਼ਰੀ ਕਹਿੰਦੇ ਹਾਂ, ਉਸਨੇ ਚਲਾ ਕੇ ਘਸਾ ਦਿੱਤਾ ਹੋਇਆ ਸੀ। ਮੈਂ ਕਿਹਾ ਇਹਦੀ ਜ਼ਰੂਰਤ ਨਹੀਂ ਹੈ ਪਾਪਾ, ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਹੈ, ਬਸ 1 ਮਿੰਟ ਲਈ ਇਸ ਨੂੰ ਦੂਰ ਕਰ। ਮੈਂ ਆਖਿਆ ਪਾਪਾ ਇੱਧਰ ਆ, ਮੈਂ ਚਾਹੁੰਦਾ ਕਿ ਤੁਸੀਂ ਯਿਸੂ ਤੇ ਵਿਸ਼ਵਾਸ ਕਰੋ। ਹਾਲੇਲੂਇਆ। ਉਹਨੇ ਆਪਣੇ ਹੱਥ ਉੱਪਰ ਚੁੱਕੇ, ਉਸਨੇ ਮੇਰੇ ਮੋਢਿਆਂ ਨੂੰ ਫੜ ਲਿਆ ਤੇ ਆਪਣਾ ਸਿਰ ਮੇਰੇ ਮੋਢਿਆਂ ਤੇ ਟਿਕਾ ਦਿੱਤਾ ਤੇ ਕਹਿੰਦਾ ਮੈਂ ਉਹਦੇ ਪੈਰਾਂ ਨੂੰ ਚੁੱਕਿਆ। ਝੁਰੀਆਂ ਪਈਆਂ ਦੀਆਂ ਮਿੱਟੀ ਨਾਲ ਭਰੇ ਹੋਏ ਪੈਰ, ਉਹਦੇ ਗੰਦੇ ਪੈਰਾਂ ਨੂੰ ਦੇਖਿਆ। ਮੈਂ ਆਪਣੇ ਬੂਟਾਂ ਨੂੰ ਉਤਾਰ ਦਿੱਤਾ। ਮੈਂ ਦੇਖਿਆ ਕਿ ਇਹਨੂੰ ਫਿੱਟ ਹੋਣਗੇ ਕਿ ਨਹੀਂ। ਮੇਰਾ ਦਿਲ ਸੱਚਮੁੱਚ ਉਸ ਕੋਲ ਗਿਆ। ਉਹ ਅੰਨਾ ਸੀ। ਹਾਲੇਲੂਇਆ। ਨਬੀ ਕਹਿੰਦਾ ਜਦੋਂ ਤੁਸੀਂ ਵਾਸਤਵਿਕ ਇਸ 'ਚ ਸ਼ਾਮਲ ਹੋ ਜਾਂਦੇ ਹੋ, ਸਾਡੀ ਸਾਰੀ ਸੱਭਿਆਚਾਰ ਫੇਲ ਹੋ ਜਾਂਦੇ ਆ, ਸਾਡੇ ਸਾਰੇ ਉਪਹਾਰ ਫੇਲ ਹੋ ਜਾਂਦੇ ਆ, ਪਰ ਪਿਆਰ ਕਦੇ ਫੇਲ ਨਹੀਂ ਹੁੰਦਾ। ਹਾਲੇਲੂਇਆ। ਉਹੀ ਫੜ ਲੈਂਦਾ ਹੈ। ਹਾਲੇਲੂਇਆ। ਉਹ ਨਬੀ ਕਹਿੰਦਾ ਮੈਂ ਸੋਚਿਆ ਕਿ ਵਿਚਾਰਾ ਬਜ਼ੁਰਗ ਜਿਹੜਾ ਮੇਰੇ ਪਿਓ ਦੀ ਉਮਰ ਦਾ ਹੈ, ਜੇ ਜੀਵਤ ਹੁੰਦੇ ਤੇ ਮੈਂ ਉਸ ਬਜ਼ੁਰਗ ਆਦਮੀ ਨੂੰ ਦੇਖਿਆ। ਮੇਰੀ ਅੱਖਾਂ ਤਾਂ ਨਹੀਂ, ਮੇਰਾ ਹਿਰਦਾ ਰੋ ਰਿਹਾ ਸੀ ਜਦੋਂ ਮੈਂ ਉਸ ਨੂੰ ਦੇਖ ਰਿਹਾ ਸੀ। ਮੈਂ ਸੋਚਿਆ ਸ਼ਾਇਦ ਉਸਨੇ ਆਪਣੇ ਜੀਵਨ 'ਚ ਕਦੇ ਚੰਗਾ ਭੋਜਨ ਨਹੀਂ ਖਾਧਾ। ਮੈਂ ਉਹਦੇ ਦੁੱਖਾਂ ਨੂੰ ਮਹਿਸੂਸ ਕੀਤਾ। ਗਰੀਬ ਹੋਣ ਦੇ ਇਲਾਵਾ ਉਹਦੀ ਹਾਲਤ, ਉਹਦੀ ਪੀੜਾ, ਉਹ ਸਭ ਕੁਝ, ਉਹ ਹਨੇਰੀ ਦੁਨੀਆ 'ਚ ਰਹਿ ਰਿਹਾ ਸੀ ਕਿਉਂਕਿ ਉਹ ਅੰਨਾ ਸੀ। ਮੈਂ ਸੋਚਿਆ ਹੈ ਖੁਦਾ ਕੀ ਹੁੰਦਾ ਜੇ ਇਸ ਦੇ ਜਗ੍ਹਾ ਤੇ ਮੇਰਾ ਪਿਓ ਹੁੰਦਾ। ਮੈਂ ਆਖਿਆ ਹੈ ਪਿਤਾ, ਇਸ ਅੰਨੇ ਬੰਦੇ ਨੂੰ ਚੰਗਾ ਕਰ। ਆਮੀਨ। ਪ੍ਰਭੂ ਇਸ ਤੇ ਦਇਆ ਕਰ। ਹਾਲੇਲੂਇਆ। ਤੁਸੀਂ ਕਦੇ ਕਿਸੇ ਗਰੀਬ ਗੁਆਚੇ ਹੋਏ ਦੋਸਤ ਲਈ ਗੰਭੀਰ ਹੋਏ? ਹਾਲੇਲੂਇਆ। ਉਸ ਜਗ੍ਹਾ ਦੇ ਉੱਤੇ ਉਹ ਬੰਦਾ, ਭਾਈ ਬਹਿਣ ਨਾਮ ਇੱਕ ਨਬੀ, ਉਸ ਬੰਦੇ ਨੂੰ ਦੇਖ ਕੇ ਦੁਖੀ ਹੋ ਰਿਹਾ, ਪਰੇਸ਼ਾਨ ਹੋ ਰਿਹਾ ਹੈ। ਉਹ ਆਪਣਾ ਕੰਮ ਕਰ ਚੁੱਕਿਆ ਹੈ ਕਿ ਅੱਜ ਅਸੀਂ ਵੀ ਇਸ ਜਗ੍ਹਾ ਦੇ ਉੱਤੇ ਹਾਂ। ਹਾਲੇਲੂਇਆ। ਕਿ ਤੁਸੀਂ ਕਦੇ ਕਿਸੇ ਗਰੀਬ ਗੁਆਚੇ ਹੋਏ ਦੋਸਤ ਲਈ ਗੰਭੀਰ ਹੋਏ? ਕਿਸੇ ਨੂੰ ਬਚਾਉਣ ਲਈ ਕਈ ਵਾਰ ਉਸ ਨੂੰ ਬਰਦਾਸ਼ਤ ਕਰਨਾ ਪੈਂਦਾ ਹੈ, ਕਈ ਵਾਰ ਉਸ ਨੂੰ ਪਿਆਰ ਕਰਨਾ ਪੈਂਦਾ ਹੈ। ਜਦੋਂ ਤੁਸੀਂ ਉਸ ਲਈ ਵਿਆਕੁਲ ਹੁੰਦੇ ਹੋ ਕਿ ਕਿਸੇ ਤਰੀਕੇ ਨਾਲ ਇਸ ਦੀ ਜਾਨ ਬਚ ਜਾਏ, ਫਿਰ ਤੁਸੀਂ ਦੇਖਿਓ ਨਬੀ ਕਹਿੰਦਾ ਪਵਿੱਤਰ ਆਤਮਾ ਤੁਹਾਡੇ ਲਈ ਕੀ ਕਰਦਾ। ਆਮੀਨ। ਜਦੋਂ ਤੁਸੀਂ ਕਿਸੇ ਦੇ ਲਈ ਗੰਭੀਰ ਹੁੰਦੇ ਹੋ, ਜਦੋਂ ਤੁਸੀਂ ਚਾਹਤੇ ਹੋ ਕਿ ਪਾਪ 'ਚ ਮਰ ਰਿਹਾ ਹੈ, ਇਹ ਬਹੁਤ ਹੀ ਜਲਦੀ ਡਿੱਗੀ ਹਾਲਤ 'ਚ ਹੈ, ਜਦੋਂ ਤੁਸੀਂ ਉਹਦੇ ਲਈ ਕੋਸ਼ਿਸ਼ ਕਰਦੇ ਕਿਸੇ ਤਰੀਕੇ ਨਾਲ ਇਹਦੀ ਜਾਨ ਬਚ, ਇਹਦਾ ਫਿਰ ਪਵਿੱਤਰ ਆਤਮਾ ਨੂੰ ਕੰਮ ਕਰਦੇ ਦੇਖੋ।
ਹਾਲੇਲੂਇਆ। ਇੱਕ ਸੱਚਾ ਮਸੀਹ ਇਸ ਤਰ੍ਹਾਂ ਹੀ ਕਰਦਾ ਰਹਿੰਦਾ ਹੈ। ਤੁਸੀਂ ਉਸ ਲਈ ਪ੍ਰਾਰਥਨਾ ਕਰਦੇ ਹੋ, ਆਪਣੇ ਆਪ ਨੂੰ ਉਸ ਲਈ ਨਮਨ ਕਰਦੇ ਹੋ ਤੇ ਦਿਨ ਰਾਤ ਪ੍ਰਭੂ ਦੀ ਹਜ਼ੂਰੀ ਵਿੱਚ ਟਿਕੇ ਰਹਿੰਦੇ ਹੋ ਤਾਂ ਕਿ ਤੁਸੀਂ ਆਪਣਾ ਆਪ ਕਿਸੇ ਨੂੰ ਦੇ ਸਕੋ। ਹਾਲੇਲੂਇਆ। ਤੁਸੀਂ ਪ੍ਰਾਰਥਨਾ ਕਰਦੇ ਰਹਿੰਦੇ ਹੋ, ਆਪਣਾ ਆਪ ਕਿਸੇ ਨੂੰ ਦੇਣ ਵਾਸਤੇ ਝੁਕੇ ਰਹਿੰਦੇ ਹੋ। ਹਾਲੇਲੂਇਆ। ਤੁਸੀਂ ਜੋ ਸਾਂਭ ਕੇ ਰੱਖਦੇ ਹੋ ਉਹ ਮਾਇਨੇ ਨਹੀਂ ਰੱਖਦਾ। ਤੁਸੀਂ ਸਾਂਭ ਰੱਖਿਆ ਉਹ ਮਾਇਨੇ ਨਹੀਂ ਰੱਖਦਾ ਹੈ। ਜੋ ਤੁਸੀਂ ਦਿੰਦੇ ਹੋ ਉਹ ਮਾਇਨੇ ਰੱਖਦਾ ਹੈ। ਤੁਹਾਨੂੰ ਆਪਣੇ ਆਪ ਨੂੰ ਦੂਸਰਿਆਂ ਲਈ ਦੇਣਾ ਚਾਹੀਦਾ ਹੈ। ਇਹੀ ਤਾਂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਕਿ ਆਪਣਾ ਆਪ ਦੂਸਰਿਆਂ ਨੂੰ ਦਿਓ। ਹਾਲੇਲੂਇਆ। ਤੁਹਾਨੂੰ ਬਹੁਤ ਸਾਰੀ ਬਰਕਤ ਦੇ, ਬਹੁਮੁੱਲੇ ਜੀਵਨ ਪ੍ਰਭੂ ਨੇ ਦਿੱਤਾ ਹੈ, ਸਦੀਪਕ ਜੀਵਨ ਤੁਹਾਨੂੰ ਦਿੱਤਾ ਹੈ। ਹਾਲੇਲੂਇਆ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇਸ ਨੂੰ ਸਾਂਭ ਰੱਖਣਾ ਹੈ, ਬਲਕਿ ਇਹ ਜੀਵਨ ਤੁਸੀਂ ਦੂਸਰਿਆਂ ਨੂੰ ਦੇਣਾ ਹੈ। ਹਾਲੇਲੂਇਆ। ਅੱਜ ਮਨੁੱਖ ਅਣਜਾਣੇ ਚ ਚੱਲ ਰਹੇ ਹਨ, ਉਹ ਨਹੀਂ ਜਾਣਦੇ ਕਿ ਇਹ ਸੱਚ ਹੈ। ਉਹਨਾਂ ਨੂੰ ਲੱਗਦਾ ਹੈ ਕਿ ਇਹ ਇੱਕ ਇਜ਼ਮ ਹੈ। ਉਹਨਾਂ ਨੂੰ ਲੱਗਦਾ ਹੈ ਕਿ ਇਹ ਇੱਕ ਇਜ਼ਮ ਹੈ। ਉਹ ਭੇਤਾਂ ਨੂੰ ਜਾਣਨ ਲਈ ਗਹਿਰਾਈ ਚ ਨਹੀਂ ਜਾਂਦੇ। ਉਹ ਖੁਦਾ ਨੂੰ ਅਸਲੀ ਢੰਗ ਨਾਲ ਨਹੀਂ ਬੁਲਾਉਂਦੇ। ਉਹ ਇਸ ਨੂੰ ਹਲਕੇ ਨਾਲ ਲੈਂਦੇ ਹਨ। ਹਾਲੇਲੂਇਆ। ਉਹਨਾਂ ਨੂੰ ਪਤਾ ਹੈ ਕਿ ਇੱਕ ਖੁਦਾ ਹੈ। ਸ਼ੈਤਾਨ ਵੀ ਜਾਣਦਾ ਹੈ ਕਿ ਇੱਕ ਖੁਦਾ। ਹਾਲੇਲੂਇਆ। ਲੋਕ ਜਿੰਨਾ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ, ਸ਼ੈਤਾਨ ਉਸ ਤੋਂ ਵੀ ਜ਼ਿਆਦਾ ਵਿਸ਼ਵਾਸ ਕਰਨ ਦਾ ਦਾਅਵਾ ਕਰਦਾ ਹੈ। ਬਿਲਕੁਲ ਸਹੀ ਹੈ। ਸ਼ੈਤਾਨ ਵਿਸ਼ਵਾਸ ਕਰਦਾ ਹੈ। ਹਾਂਜੀ। ਉਹ ਕੰਬਦਾ ਹੈ। ਇਹ ਜਾਣ ਕੇ ਉਸਦਾ ਨਿਆਂ ਆ ਲਿਆ ਹੈ। ਅੱਜ ਲੋਕ ਉਸ ਤੇ ਵਿਸ਼ਵਾਸ ਕਰਦੇ ਹਨ ਪਰ ਧਿਆਨ ਨਹੀਂ ਦਿੰਦੇ ਕਿ ਨਿਆਂ ਆ ਰਿਹਾ ਹੈ। ਪਰ ਸ਼ੈਤਾਨ ਜਾਣਦਾ ਹੈ ਕਿ ਉਹ ਕੰਬਦਾ ਹੈ ਕਿ ਨਿਆਂ ਆ ਰਿਹਾ ਹੈ। ਹਾਲੇਲੂਇਆ। ਮੈਂ ਤੇ ਤੁਸੀਂ ਉਦੋਂ ਤੱਕ ਪਰਮੇਸ਼ਰ ਨੂੰ ਪਿਆਰ ਨਹੀਂ ਕਰ ਸਕਦੇ ਜਦੋਂ ਤੱਕ ਪਹਿਲਾਂ ਮੈਂ ਤੇ ਤੁਸੀਂ ਉਹਦੇ ਲੋਕਾਂ ਨਾਲ ਪਿਆਰ ਨਹੀਂ ਕਰਦੇ। ਨਬੀ ਕਹਿੰਦਾ ਮੈਨੂੰ ਉਹਦੇ ਲੋਕਾਂ ਨਾਲ ਪ੍ਰੇਮ ਕਰਨਾ ਹੀ ਪੈਣਾ ਹੈ। ਇਸ ਲਈ ਜੇ ਮੈਂ ਉਹਦੇ ਲੋਕਾਂ ਨਾਲ ਪਿਆਰ ਕਰਦਾ ਹਾਂ ਤਾਂ ਮੈਂ ਉਸ ਨਾਲ ਪਿਆਰ ਕਰਦਾ ਹਾਂ। ਜੇ ਤੁਸੀਂ ਲੋਕਾਂ ਨਾਲ ਪਿਆਰ ਨਹੀਂ ਕਰਦੇ ਤਾਂ ਫਿਰ ਕਦੇ ਖੁਦਾ ਨਾਲ ਪਿਆਰ ਕਰ ਹੀ ਨਹੀਂ ਸਕਦੇ। ਹਾਲੇਲੂਇਆ। ਅੱਜ ਕਿਵੇਂ ਲੋਕ ਪਾਪ ਦੇ ਨਾਲ ਮਰ ਰਹੇ ਹਨ। ਕਿਵੇਂ ਤੁਹਾਡੇ ਲਾਗੇ ਤੁਸੀਂ ਚਾਬੀਆਂ ਮਾਰ ਸਕਦੇ ਹੋ। ਕਿਵੇਂ ਕੋਈ ਨਸ਼ੇ 'ਚ ਮਾਰਿਆ ਹੈ, ਕੋਈ ਪਾਪ 'ਚ ਮਾਰਿਆ, ਕੋਈ ਬਦਰੂ ਦੇ ਨਾਲ ਝਗੜਦਾ ਹੈ ਕਿ ਤੁਸੀਂ ਦੁਖੀ ਨਹੀਂ ਹੁੰਦੇ। ਹਾਲੇਲੂਇਆ। ਪ੍ਰਭੂ ਬਹੁਤ ਸਾਰੀ ਬਰਕਤ ਦੇ, ਬਹੁਤ ਸਾਰੀ ਆਸ਼ੀਸ਼ ਦੇ। ਜੇ ਤੁਸੀਂ ਉਹਦੇ ਲੋਕਾਂ ਨਾਲ ਪਿਆਰ ਕਰਦੇ ਹੋ ਤਾਂ ਤੁਸੀਂ ਮਸੀਹ ਨਾਲ ਪਿਆਰ ਕਰਦੇ ਹੋ। ਹਾਲੇਲੂਇਆ। ਪਰ ਅਸੀਂ ਜਾਣਦੇ ਹਾਂ ਕਲੀਸਿਆ 'ਚ ਕੁਝ ਗੰਦੇ ਆਦਮੀ ਆ ਜਾਂਦੇ। ਧਿਆਨ ਨਾਲ ਸੁਣੋ। ਕਲੀਸਿਆ 'ਚ ਕੌਣ ਆ ਜਾਂਦੇ ਆ? ਕੁਝ ਗੰਦੇ ਆਤਮਾ ਆ ਜਾਂਦੇ ਹਨ ਜੋ ਕਲੀਸਿਆ ਦੇ ਅੰਦਰ ਰਹਿ ਕੇ ਕੰਮ ਕਰਦੇ ਹਨ। ਰਹਿੰਦੇ ਕਲੀਸਿਆ 'ਚ ਪਰ ਹੁੰਦੇ ਕੀ ਹਨ? ਗੰਦੇ ਆਤਮਾ। ਉਹ ਪਵਿੱਤਰ ਆਤਮਾ ਨੂੰ ਕਲੀਸਿਆ 'ਚ ਪੂਰੇ ਅਧਿਕਾਰ ਨਾਲ ਕੰਮ ਕਰਨ ਲਈ ਰੋਕਦੇ ਹਨ। ਉਹ ਕਦੇ ਪ੍ਰਾਰਥਨਾ ਨਹੀਂ ਕਰਦੇ। ਹੁੰਦੇ ਗੰਦੇ ਆਤਮੇ ਹਨ। ਉਹ ਰਹਿੰਦੇ ਕਲੀਸਿਆ ਦੇ ਅੰਦਰ ਹਨ, ਛੁਪ ਕੇ ਰਹਿੰਦੇ ਹਨ, ਲੁਕ ਕੇ ਰਹਿੰਦੇ ਹਨ। ਹੁੰਦੇ ਗੰਦੇ ਆਤਮਾ ਹਨ ਪਰ ਉਹ ਪਵਿੱਤਰ ਆਤਮਾ ਨੂੰ ਦੇ ਕੰਮ ਨੂੰ ਰੋਕਦੇ ਹਨ। ਨਾ ਹੀ ਉਹ ਦੁਆ ਕਰਦੇ ਹਨ, ਨਾ ਹੀ ਉਹਨਾਂ ਕੋਲ ਵਚਨ ਲਈ ਕੋਈ ਤੜਪ ਹੁੰਦੀ ਹੈ। ਉਹਨਾਂ ਕੋਲ ਵਿਸ਼ਵਾਸ ਨਹੀਂ ਹੁੰਦਾ ਕਿ ਯਿਸੂ ਮਸੀਹ ਕੱਲ ਅੱਜ ਤੇ ਜੁਗਨਾ ਜੁਗ ਇੱਕੋ ਜਿਹਾ ਪਰਮੇਸ਼ਰ ਹੈ। ਉਹ ਕਲੀਸਿਆ 'ਚ ਹੀ ਹੁੰਦੇ ਹਨ। ਹਾਲੇਲੂਇਆ। ਪਰ ਉਹਨਾਂ ਨਾਲ ਆਸ਼ੀਸ਼ ਨਹੀਂ ਮਿਲਦੀ ਬਲਕਿ ਉਹ ਦੁੱਖ ਦੇਣ ਵਾਲੇ ਆਤਮਾ ਹੁੰਦੇ ਰਹਿੰਦੇ ਕਲੀਸਿਆ 'ਚ। ਸੱਚ ਹੈ। ਜਿਵੇਂ ਤੁਸੀਂ ਫੁੱਲ ਦੇਖੋ, ਫੁੱਲ ਰਹਿੰਦਾ ਬਗੀਚੇ 'ਚ ਰਹਿੰਦਾ ਹੈ, ਫੁੱਲ ਹੁੰਦਾ ਹੈ ਪਰ ਉਹਦੇ ਨਾਲ ਕੰਡੇ ਚਮੜੇ ਹੁੰਦੇ ਨੇ। ਕਈ ਕਲੀਸਿਆ 'ਚ ਹੀ ਰਹਿੰਦੇ ਨੇ, ਛੁਪੇ ਰਹਿੰਦੇ ਨੇ, ਫੁੱਲਾਂ ਦੇ ਨਾਲ ਜੁੜੇ ਰਹਿੰਦੇ ਨੇ ਪਰ ਹੁੰਦੇ ਕੰਡੇ ਦੁੱਖ ਦੇਣ ਵਾਲੇ। ਹਾਲੇਲੂਇਆ। ਕਦੇ ਪ੍ਰਾਰਥਨਾ ਵੱਲ ਨਹੀਂ ਜਾਣਗੇ, ਕਦੇ ਮੈਸੇਜ ਵੱਲ ਨਹੀਂ ਜਾਣਗੇ, ਕਦੇ ਉਹਨਾਂ ਦੇ ਵਿਚਾਰ ਨਹੀਂ ਬਦਲਦੇ, ਕਦੇ ਉਹ ਗੰਭੀਰਤਾ ਦੇ ਨਾਲ ਸੰਦੇਸ਼ ਨੂੰ ਸੁਣਦੇ ਨਹੀਂ, ਕਦੇ ਉਹਨਾਂ ਦੇ ਜੀਵਨ 'ਚ ਪ੍ਰਭੂ ਕੰਮ ਕਰਦਾ ਹੀ ਨਹੀਂ। ਕੰਡੇ ਹੁੰਦੇ। ਹਾਲੇਲੂਇਆ। ਇੱਕ ਦਿਨ ਭਾਈ ਬ੍ਰਾਹਮਣ ਦੇ ਕੋਲ ਇੱਕ ਲੜਕੀ ਆਈ। ਉਸਨੇ ਭਾਈ ਨੂੰ ਸਵਾਲ ਕੀਤਾ ਕਿ ਯਿਸੂ ਮਸੀਹ ਗਤ ਸਾਹਮਣੇ 'ਚ ਕਿਸ ਤੇ ਵਿਦਵਾ ਕਰਦਾ ਸੀ। ਭਾਈ ਨੇ ਕਿਹਾ ਮੈਂ ਤੈਨੂੰ ਪੁੱਛਦਾ ਹਾਂ ਕਿ ਤੇਰੇ ਕੋਲ ਪਵਿੱਤਰ ਆਤਮਾ ਹੈ। ਜੇ ਤੂੰ ਦਾਵਾ ਕਰਦੀ ਹੈ ਕਿ ਮੇਰੇ ਅੰਦਰ ਪਵਿੱਤਰ ਆਤਮਾ ਹੈ ਤਾਂ ਫਿਰ ਤੂੰ ਕਿਹਦੇ ਅੱਗੇ ਦੁਆ ਕਰ? ਹਾਂਜੀ ਬਿਲਕੁਲ। ਹਾਲੇਲੂਇਆ। ਇਸੇ ਤਰ੍ਹਾਂ ਯਿਸੂ ਸੀ। ਆਮੇਨ।
हालेलुया। तो तुम बहुत सारी बरकत दे, सानू परमेश्वर ने बुलाया है तो सानू उसने पवित्र आत्मा नाप नाप के दिता है और उसको बिना नापे से, हालेलुया, सानू ने थोड़ा थोड़ा दिता और उदे को उदे भंडार सी, हालेलुया। ਅਸੀਂ ਉਸ ਨਾਪ ਨਾਲ ਧੀਆਂ ਦੇ ਪੁੱਤਰ ਹਾਂ, ਥੋੜਾ ਥੋੜਾ ਸਾਨੂੰ ਦਿੱਤਾ, ਇਸ ਲਈ ਅਸੀਂ ਕੀ ਹਾਂ, ਪਰਮੇਸ਼ਵਰ ਦੇ ਧੀਆਂ ਦੇ ਪੁੱਤਰ ਹਾਂ। ਜਿਸ ਤਰ੍ਹਾਂ ਸਮੁੰਦਰ ਚੋਂ ਇੱਕ ਚਮਚ ਪਾਣੀ ਕੱਢ ਲੈਣਾ, ਨਬੀ ਕਹਿੰਦਾ ਹੈ, ਪਰ ਉਹ ਤਾਂ ਆਪ ਪੂਰਾ ਮਹਾਸਾਗਰ ਸੀ। ਜਿਸ ਤਰ੍ਹਾਂ ਮਹਾਸਾਗਰ ਸਮੁੰਦਰ ਚੋਂ ਤੂੰ ਇੱਕ ਚਮਚ ਬਾਹਰ ਕੱਢ ਲਿਆ, ਸਾਰੇ ਰਸਾਇਣ ਮਹਾਸਾਗਰ ਚ ਸੀ, ਉਹ ਰਸਾਇਣ ਚਮਚ ਚ ਹੀ ਹੈ। ਜਿਹੜਾ ਪਾਣੀ ਮਹਾਸਾਗਰ ਚ ਸੀ ਉਹੀ ਤੇ ਚਮਚ ਹੈ, ਜਿਹੜੇ ਰਸਾਇਣ ਉਸ ਪਾਣੀ ਚ ਸੀ ਉਹੀ ਰਸਾਇਣ ਉਸ ਪਾਣੀ ਚ ਹੈ। ਯਿਸੂ ਮਸੀਹ ਕੱਲ ਅੱਜ ਤੇ ਜੁਗਨਾ ਜੁਗ ਇੱਕੋ ਜਿਹਾ ਪਰਮੇਸ਼ਵਰ ਹੈ। ਪਰਮੇਸ਼ਵਰ ਆਪਣੇ ਵਚਨ ਚ ਹੈ। ਜਦੋਂ ਤੁਸੀਂ ਵੀ ਵਚਨ ਦਾ ਭਾਗ ਪਾਉਂਦੇ ਹੋ ਤੇ ਪਰਮੇਸ਼ਵਰ ਤੁਹਾਡੇ ਵਿੱਚ ਹੈ, ਆਪਣੇ ਬੱਚਿਆਂ ਚ, ਹਾਲੇਲੂਇਆ। ਕਿਉਂਕਿ ਵਚਨ ਸੀ, ਪਰਮੇਸ਼ਵਰ ਵਚਨ ਚ ਸੀ, ਪਰ ਜਦੋਂ ਤੁਸੀਂ ਉਹਦਾ ਹਿੱਸਾ ਬਣ ਜਾਂਦੇ ਹੋ, ਭਾਵੇਂ ਥੋੜਾ ਜਿਹਾ ਚਮਚੀ, ਹਾਲੇਲੂਇਆ, ਜਦੋਂ ਤੁਸੀਂ ਉਹਦਾ ਭਾਗ ਬਣ ਗਏ ਤੇ ਫਿਰ ਪਰਮੇਸ਼ਵਰ ਤੁਹਾਡੇ ਵਿੱਚ ਵੀ, ਹਾਲੇਲੂਇਆ, ਹਾਲੇਲੂਇਆ। ਜਦੋਂ ਤੁਸੀਂ ਪਰਮੇਸ਼ਵਰ ਦੇ ਭਾਗ ਬਣਦੇ ਹੋ, ਜਦੋਂ ਤੁਸੀਂ ਪਰਮੇਸ਼ਵਰ ਦੀਆਂ ਧੀਆਂ ਪੁੱਤਰ ਬਣਦੇ ਹੋ, ਫਿਰ ਤੁਸੀਂ ਕਹਿੰਦੇ ਹੋ, ਪ੍ਰਭੂ ਯਿਸੂ ਮੈਂ ਦੀਨਤਾ ਦੇ ਨਾਲ ਤੇਰੇ ਕੋਲ ਆਉਂਦਾ। ਫਿਰ ਤੁਸੀਂ ਆਪਣੀਆਂ ਗਲਤੀਆਂ ਨੂੰ ਮੰਨਦੇ ਹੋ, ਫਿਰ ਤੁਸੀਂ ਪ੍ਰਭੂ ਦੀ ਹਜ਼ੂਰੀ ਚ ਮੰਨਦੇ ਹੋ, ਮੈਂ ਇਸ ਯੋਗ ਨਹੀਂ ਹਾਂ ਕਿ ਮੈਂ ਬਿਮਾਰੀ ਅਤੇ ਮੌਤ ਅਤੇ ਦੁੱਖ ਦੇ ਯੋਗ ਸੀ। ਇਹ ਸਾਰੀ ਬਿਮਾਰੀਆਂ ਤੇ ਦੁੱਖ ਮੇਰੇ ਹੀ ਸੀ, ਹਾਲੇਲੂਇਆ। ਪਰ ਅਸੀਂ ਆਪਣੇ ਪਾਪਾ ਅਤੇ ਆਪਣੇ ਦੁੱਖਾਂ ਦੇ ਲਈ ਤੇਰੀ ਕਿਰਪਾ ਨੂੰ, ਤੇਰੀ ਸ਼ਕਤੀ ਨੂੰ ਸਵੀਕਾਰ ਕਰਦੇ ਹਾਂ। ਅੱਜ ਸਵੇਰ ਅਸੀਂ ਸੁਧਾਰ ਦੇ ਵਚਨ ਸੁਣਿਆ ਹੈ, ਅਸੀਂ ਆਪਣੇ ਹੱਥਾਂ ਨੂੰ ਤੇਰੀ ਪਵਿੱਤਰ ਹਜ਼ੂਰੀ ਚ ਚੁੱਕਦੇ ਹਾਂ। ਅਸੀਂ ਤੇਰੇ ਨੇੜੇ ਆਉਣਾ ਚਾਹੁੰਦੇ ਹਾਂ, ਅਸੀਂ ਤੇਰੇ ਨਾਲ ਚੱਲਣਾ ਚਾਹੁੰਦੇ ਹਾਂ, ਅਸੀਂ ਵਿਸ਼ਵਾਸ ਨਾਲ ਦੁਆ ਕਰਨਾ ਚਾਹੁੰਦੇ ਹਾਂ, ਹਾਲੇਲੂਇਆ। ਪ੍ਰਭੂ ਬਰਕਤ ਦੇ। ਵਿਸ਼ਵਾਸ ਦੀ ਦੁਆ ਬਿਮਾਰਾਂ ਨੂੰ ਬਚਾ ਲੈਂਦੀ ਹੈ, ਵਿਸ਼ਵਾਸ ਦੀ ਦੁਆ ਬਿਮਾਰੀ ਦੇ ਬਿਸਤਰੇ ਤੋਂ ਉਠਾ ਖੜਾ ਕਰਦੀ ਹੈ। ਜੇ ਕਿਸੇ ਨੇ ਪਾਪ ਵੀ ਕੀਤੇ ਹੋਣ ਉਹ ਮਾਫ ਹੋ ਜਾਂਦੇ ਨੇ। ਜਦੋਂ ਅਸੀਂ ਇੱਕ ਦੂਜੇ ਦੀ ਅੱਗੇ ਗਲਤੀਆਂ ਮੰਨਦੇ ਹਾਂ, ਅਸੀਂ ਇਹ ਨਹੀਂ ਕਹਿ ਸਕਦੇ ਅਸੀਂ ਸੰਪੂਰਨ ਹੋ ਗਏ ਹਾਂ, ਸਾਡੇ 'ਚ ਗਲਤੀਆਂ ਹੁੰਦੀਆਂ ਨੇ, ਗਲਤੀਆਂ ਆ ਜਾਂਦੀਆਂ ਨੇ। और जो तुसी एक दूसरे दे अगे अपनी गलतियां मानते हो, एक दूसरे लिए दुआ करते हो, उदों ही असी चंगे हो जाते हैं, हालेलुया। क्योंकि धर्मी जन प्रार्थना नाल बहुत असर हुंदा है, हालेलुया। धर्मियों की प्रार्थना दे नाल बहुत असर हुंदा है, हालेलुया। प्रभु बहुत सारी बरकत दे। एक काम की दूसरे के लिए दुआ करता, हालेलुया। भले अपने लिए नहीं दुआ करो, दूसरे दुआ से। कोई बीमार है चले जाओ, तारे अंदर वरदान है, परमेश्वर ने अपने गिफ्ट तारे अंदर रखे हैं, उस गिफ्ट का इस्तेमाल करो, हालेलुया। प्रभु तुम बहुत सारी बरकत दे। बाद तो बाद दुआ करो। नबी कहते हो काफी प्रार्थना नहीं करते, इसे कारण ही रुकावटा, इसे कारण कमियां, इसे कारण कलीसिया दे अंदर वो आशीष नहीं है। प्रभु बरकत दे। आओ खंडवान करें, सब दुआ दे, सब प्रार्थना करें। तुसी अपने गुप्ते पार कर सकते हो, तुसी हत्थां नूं खड़े कर सकते हो। जे अज तुहानूं महसूस हो रहा है तो पवित्र आत्मा सी जो साडे नाल गल्लां कर रहा है, तुसी अपने हत्थां नूं खड़े कर सकते हो। जे तुहानूं लग रहा है कि मैं घट हां, मैं कमजोर हां, मैं सहयोग नहीं हां, कि मैं पाप ते गलतियां दे नाल भरिया हां, जे तुहानूं महसूस हो रहा है कि मैं सच विच इन्हां दिनां दे अंदर प्रार्थना नहीं कीती, इन्हां दिनां दे अंदर कट लिया, इन्हां दिनां दे अंदर जिन्ने वाचियां हुई पेटां दे लिए दुआ करनी चाहिए सी, मैं नहीं की, जिन्नी सेवक लिए दुआ करनी चाहिए सी, मैं नहीं की, जिन्ना मैं वचन पढ़ना चाहिए सी, मैं नहीं पढ़िया। तुसी घुटने पार हो सकते हो, तुसी परमेश्वर की हज़ूरी च झुक सकते हो। खुदा दया कर, पिता दया कर, सबर बरकत दे,
तेरा महान पवित्र आत्मा तेरे बच्चे ने गल्लां करे तो आज अपने बच्चे ने तेरे नाल गल्लां कीतियां वो महान प्रभु तेरा महान पवित्र आत्मा है जो इस समय विहार कर रहा है इसे मनुष्य की समझ नहीं है बल्कि तेरा आत्मा है जो कलीसिया ने उस स्थिति को लेके आना चाहता है कि लोग अपने पूरे हृदय से तौबा करें बेशक जो उन्होंने तौबा भी की है पर और हृदय की तौबा उन्होंने नहीं हुई वो हजे भी घट हैं कमजोर हैं कई कमां च फसे हुए हैं प्रभु मैं प्रार्थना करता प्रभु कि उन्होंने छुटकारा कर महान प्रभु को उन्होंने उस स्थिति से लेके आप प्रभु को गंभीर हो सके अपने लिए दुआ कर सके प्रार्थना वाला जीवन हो सके उन्होंने रोजे वाला जीवन हो सके प्रभु और तेन तेरी पाल कर सके वो अपना जीवन पूरी रीति के नाल तेन दे सके प्रभु मैं प्रार्थना करता प्रभु कि वो इकल्ला तेरे नाल संपर्क ना सके प्रभु मैं ना दिल दुआ करता प्रभु जो भी पृष्ठ आत्मे हाँ जो तेरी कलीसिया को रोक रहे हैं दुआ दे लिए प्रार्थना दे रोजे दे मैसेज सारे गंदे आत्मा में यीशु मसीह के नाम से चिटना कलीसिया ने छोड़ के दूर चले जाओ और बात अपने अभिषेक चले अपने मसा दिखा ले जाए महान प्रभु तू आज सुधार के गल्ला साडे नाल कर इसलिए तेरा दिल तो धन्यवादी है बहुत सारी बहुत सारा आशीष मैं लोगों ने बोलना चाहना है गल करनी चाहना God is our कर